ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਸਤਿਗੁਰੂ ਜੀ ਦਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਦੇ ਉੱਤਮ ਕਰਮ ਹਨ, ਜਿਨ੍ਹਾਂ ਦੇ ਸਦਕਾ ਆਪ ਜੀ ਨੂੰ ਅੰਮ੍ਰਿਤ ਵੇਲੇ ਗੁਰੂ ਕੀ ਗੋਦ ਨਸੀਬ ਹੋਈ ਹੈ, ਪ੍ਰਾਪਤ ਹੋਈ। ਜਿਨ੍ਹਾਂ ਦੀ ਬਾਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ, ਵਡਭਾਗੀ ਉਦਮ ਕਰ ਹਰ ਜਾਪਣਾ, ਵਡਭਾਗੀ ਹਰ ਤਨ ਖਾਟ। ਉਦਮ ਕੀਤਾ ਤੇ ਗੁਰੂ ਘਰ ਨਾਲ ਜੁੜੇ, ਵਡਭਾਗੀ ਹਰ ਤਨ ਖਾਟ। ਵੱਡਿਆਂ ਭਾਗਾਂ ਵਾਲੇ ਨੇ ਨਾਮ ਦਾ, ਬਾਣੀ ਦਾ ਜਿਹੜਾ ਧਨ ਖੱਟੇ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਬਾਣੀ ਵਿੱਚ ਵਡਭਾਗੀ ਉਹਨੂੰ ਕਹਿੰਦੇ ਹਨ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਜਿੱਥੇ ਆਪਾਂ ਬੈਠੇ ਹਾਂ ਤੇ ਜਿਹੜੇ ਪੈਰ ਬੈਠੇ ਹਾਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਉਹਨਾਂ ਨੇ ਆਪਣੀ ਵਾਰ ਦੇ ਵਿੱਚ ਬੜਾ ਸੋਹਣਾ ਜੀਵਨ ਪਰੋਇਆ। ਉਹਨਾਂ ਗੁਰਸਿੱਖਾਂ ਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਕਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਪਿਛਲ ਰਾਤੀ ਉੱਠ ਬਹੰਦੇ। ਪਿਛਲ ਰਾਤੀ ਦਾ ਮਤਲਬ 12 ਵਜੇ ਤੋਂ ਬਾਅਦ। ਜਿਹੜੇ ਪਿਛਲ ਰਾਤੀ ਉੱਠਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ। ਸਾਧ ਸੰਗਤ ਜੀ, ਇਹ ਪਿਛਲ ਰਾਤੀ ਦੇ ਵਿੱਚ ਸਮਾਂ ਆ ਜਾਂਦਾ, ਜਿਹੜਾ ਹੁਣ ਵੀ ਸਮਾਂ 4 ਵਜੇ ਦੇ 5 ਵਜੇ ਦੇ ਆਸ-ਪਾਸ ਪਿਛਲ ਰਾਤੀ ਦਾ ਸਮਾਂ ਹੈ। ਕਈ ਵਾਰ ਪਤਾ ਨਹੀਂ ਹੁੰਦਾ ਆਪਾਂ ਨੂੰ। 12 ਵਜੇ ਤੋਂ ਬਾਅਦ ਪਿਛਲ ਰਾਤੀ ਸ਼ੁਰੂ ਹੋ ਜਾਂਦੀ। ਇਸ ਵਕਤ ਨਾਮ ਜਪਣ ਵਾਲੇ ਲਾਹਾ ਲੈਂਦੇ ਨੇ। ਕਿਉਂ ਜਪਦੇ ਨੇ? ਕਿਉਂਕਿ ਇਸ ਵਕਤ ਜੀਵ ਜੰਤੂ ਸਭ ਸ਼ਾਂਤ ਹੁੰਦਾ, ਮੌਸਮ ਬਿਲਕੁਲ ਟਿਕਾ। ਜਿਹੜੀ ਬਾਣੀ ਹੈ, ਜਿਹੜਾ ਸਿਮਰਨ ਬੜਾ ਟਿਕਾ ਮੰਗਦਾ। ਇੱਕ ਮਾਈ ਬੋਲਣ ਲੱਗ ਜੇ, ਸਾਰੇ ਉੱਧਰ ਵੇਖਣ ਲੱਗ ਜਾਣਗੇ। ਇੱਕ ਬੱਚਾ ਰੌਲਾ ਪਾਉਣ ਲੱਗ ਜੇ, ਸਾਰੇ ਉੱਧਰ ਵੇਖਣ ਲੱਗ ਜਾਣ। ਸ਼ਾਂਤੀ ਭੰਗ ਹੋ ਜਾਂਦੀ। ਜਦ ਤੱਕ ਮਨ ਕਾਗਰ ਨਹੀਂ, ਲਾਹਾ ਵੀ ਪੂਰਾ ਨਹੀਂ ਮਿਲਦਾ। ਦੇਖੋ ਕਿੰਨਾ ਸੋਹਣਾ ਟਿਕਾ ਬਣਿਆ। ਇੱਕ ਇੱਕ ਗੱਲ ਸਮਝੇ ਪੈਂਦੀ ਗੁਰੂ ਮਹਾਰਾਜ ਦੀ। ਅੰਮ੍ਰਿਤ ਵੇਲੇ ਨੂੰ ਵਿਸ਼ੇਸ਼ਤਾ ਹੀ ਮਹਾਰਾਜ ਨੇ ਦਿੱਤੀ ਹੈ। ਮਹਾਰਾਜ ਕਹਿੰਦੇ, ਜਿਹੜੇ ਪਿਛਲੀ ਰਾਤ ਉੱਠਦੇ ਨੇ, ਸੰਤ ਮਹਾਤਮਾ ਸਾਧੂ ਜਨ, ਜਦ ਤੱਕ ਮਹਾਂਪੁਰਸ਼ 1 ਵਜੇ ਦੇ ਆਸ-ਪਾਸ ਸੁਚੇਤ ਹੋ ਜਾਂਦੇ, ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਸੰਗਤ ਮਿਲੀ ਉਹਨਾਂ ਦੀ ਕਰਨ ਦੇ, ਅੱਖਾਂ ਨਾਲ ਵੇਖਿਆ ਸੀ ਤਾਂ ਉਹਨਾਂ ਨੂੰ। ਪਿੱਛੇ ਰਾਤ ਵਜੇ ਉੱਠ ਕੇ ਉਹ ਸਿਮਰਨ ਕਰਦੇ ਨੇ, ਦਿਨੇ ਆਰਾਮ ਕਰਦੇ ਨੇ ਕਿ ਨਿੰਦਿਆ ਚੁਗਲੀ ਐਵੇਂ ਕਰਾਂਗੇ, ਕੋਈ ਨਾ ਕੋਈ ਮਿਲੇਗਾ, ਕੋਈ ਨਾ ਕੋਈ ਵਖੀਲੀ ਹੋ ਜਾਏਗੀ, ਇਹਨਾਂ ਨਾਲ ਤਾਂ ਦੂਰ ਠੀਕ ਆ। ਰਾਤ ਨੂੰ ਸਿਮਰਨ ਕਰਦੇ ਨੇ, ਲੋਕਾਂ ਨੂੰ ਕੀ ਪਤਾ ਸਾਧੂ ਸੁੱਤੇ ਨੇ ਕਿ ਜਾਗਦੇ। ਦਿਨੇ ਫਿਰ ਆਰਾਮ ਕਰ ਲੈਂਦੇ ਨੇ, ਵੀ ਨਾ ਕਿਸੇ ਕੋਲ ਬਹਿਣਾ ਪਵੇ, ਨਾ ਖੜਨਾ ਪਵੇ। ਜਿੰਨਾ ਬਵਾਂਗੇ ਖੜਾਂਗੇ, ਕੋਈ ਨਾ ਕੋਈ ਗੱਲ ਨਿੰਦਿਆ ਚੁਗਲੀ ਤਾਂ ਪੱਕੀ ਹੋਵੇਗੀ, ਰਹਿ ਹੀ ਨਹੀਂ ਸਕਦਾ ਬੰਦਾ। ਨਾ ਕਰੇਗਾ, ਸੁਣੇਗਾ ਤਾਂ ਜ਼ਰੂਰ, ਅਤੇ ਜੇ ਸੁਣੇਗਾ ਤਾਂ ਭਾਗੀਦਾਰ ਤਾਂ ਬਣੇਗਾ ਹੀ ਜ਼ਰੂਰ। ਫਿਰ ਇਸ ਕਰਕੇ ਕਹਿੰਦੇ, ਜਿਹੜੇ ਪਿਛਲੀ ਰਾਤ ਜਾਗਦੇ ਨੇ, ਉਹਨਾਂ ਤੋਂ ਮੈਂ ਸਦਕੇ ਜਾਂਦਾ ਕੁਰਬਾਨ। ਅਗਲੀ ਪੰਕਤੀ ਆਪਣੇ ਦੀ ਟੁਕੜੀ ਹੁਣ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨ ਵੰਦੇ। ਕੀਤਾ ਨਾ ਅੰਮ੍ਰਿਤ ਵੇਲੇ ਸਾਰਿਆਂ ਨੇ ਇਸ਼ਨਾਨ। ਭਾਈ ਗੁਰਦਾਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਮੈਂ ਤੁਹਾਡੇ ਤੋਂ ਸਦਕੇ ਜਾਣਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਫਿਰ ਅੱਗੇ ਕਹਿੰਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਫਿਰ ਕਹਿੰਦੇ, ਜਦੋਂ ਸਿੱਖ ਇਸ਼ਨਾਨ ਕਰ ਲੈਂਦਾ, ਫਿਰ ਸ਼ਬਦ ਸੁਰ ਦਾ ਅਭਿਆਸ ਕਰਦਾ, ਜਾਪ ਕਰਦਾ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿੰਨਾ ਕਿੰਨਾ ਚਿਰ ਕਰਦਾ ਰਹਿੰਦਾ। ਜਿੰਨਾ ਜ਼ਿਆਦਾ ਕਰੀ ਜਾਏਗਾ ਉਨੀ ਕਿਰਪਾ ਹੋ ਜਾਏਗੀ। ਜਿੰਨੇ ਵੀ ਗੁਰੂ ਦੀ ਕਿਰਪਾ ਲੈਣੀ ਹੈ ਉਹਨੂੰ ਜਾਪ ਕਰਨਾ ਪੈਣਾ। ਸਭ ਉੱਪਰ ਤੇਰੀ ਕਿਰਪਾ, ਕਿਸੈ ਥੋੜੀ ਕਿਸੈ ਕਨੇਰੀ। ਹੋ ਜਾਏਗੀ ਕਿਰਪਾ। ਕਿਸੇ ਦੇ ਤੇਰੀ ਬਹੁਤੀ ਕਿਰਪਾ, ਕਿਸੇ ਤੇ ਥੋੜੀ। ਮਤਲਬ ਜਿੰਨਾ ਕੁ ਜੁੜਿਆ, ਜਿੰਨਾ ਕੁ ਨੇਚਾ, ਜਿੰਨਾ ਕੁ ਵਿਸ਼ਵਾਸ, ਗੁਰੂ ਤੇ ਸ਼ਰਧਾ, ਮਨ ਭਾਵਨੀ ਤੇ ਸਿੱਧ ਹੋਏ, ਉਹ ਤਾਂ ਜਿੰਨਾ ਹੋਏਗਾ ਉਨੀ ਕਿਰਪਾ ਹੋ ਜਾਏਗੀ। ਕਈਆਂ ਦਾ ਕੁਛ ਜਾਪ ਨਹੀਂ ਹੈ, ਉਹਨਾਂ ਦਾ ਮਨ ਕਿਵੇਂ ਤੰਦੂਰ ਤਰ੍ਹਾਂ ਸੜਦਾ ਬਲਦਾ ਰਹਿੰਦਾ। ਸ਼ਾਂਤ ਹੀ ਨਹੀਂ ਹੈ ਮਨ ਉਹਨਾਂ ਦਾ, ਹੋਣਾ ਵੀ ਨਹੀਂ ਹੈ। ਉਹਨਾਂ ਦੇ ਕੋਲ ਕੋਈ ਖੜੇਗਾ ਨਾ, ਉਹ ਵੀ ਅਸ਼ਾਂਤ ਹੋ ਜਾਏਗਾ। ਉਹਨੇ ਗੱਲ ਹੀ ਐਵੇਂ ਦੀ ਕਰਨੀ, ਕੋਈ ਗੁਰੂ ਵਾਲੀ ਗੱਲ ਹੀ ਨਹੀਂ ਕਰਨੀ। ਮਨ ਅਸ਼ਾਂਤ ਖਿੰਡਿਆ ਹੋਇਆ ਬਾਣੀ ਤੋਂ ਦੂਰ ਜਾ ਕੇ, ਸਿਮਰਨ ਤੋਂ ਦੂਰ ਜਾ ਕੇ। ਸੁਖੀ ਅਸੀਂ ਨਾਮ ਨਾਲ ਸਿਮਰਨ ਨਾਲ ਹੋ ਸਕਦੇ। ਬਿਨ ਹਰ ਨਾਮ ਨ ਸ਼ਾਂਤ ਹੋਏ, ਕਿਤ ਬਿਦ ਮਨ ਤੀਰੇ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਫਿਰ ਇੱਕ ਮਨ ਹੋ ਕੇ ਜਾਪ ਕਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਣਾ। ਕਈ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣ ਦਾ ਕੀ ਫਾਇਦਾ। ਆ ਦੇਖੋ ਭਾਈ ਗੁਰਦਾਸ ਜੀ ਸਦਕੇ ਜਾਂਦੇ ਪਏ ਨੇ, ਕੋਈ ਗੱਲ ਹੈ ਤਾਂ ਹੀ ਨਾ। ਉਹਨਾਂ ਵਰਗਾ ਵਿਦਵਾਨ ਨਹੀਂ ਦੁਨੀਆ ਤੋਂ ਹੋਇਆ, ਜਿਵੇਂ ਆਪਾਂ ਕਹੇ ਐਜੂਕੇਟ, ਐਡਾ ਪੜ੍ਹਿਆ ਲਿਖਿਆ ਵਿਦਵਾਨ, ਇੰਨੀਆਂ ਭਾਸ਼ਾਵਾਂ ਨੂੰ ਜਾਣਨ ਵਾਲਾ ਨਹੀਂ ਕੋਈ ਦੁਨੀਆ 'ਤੇ ਹੋਇਆ, ਅਤੇ ਨਾ ਹੋ ਸਕਦਾ। ਇਸ ਕਰਕੇ ਛੋਟੇ ਥੋੜ੍ਹੇ ਜਿਹੇ ਜਿਹਨਾਂ ਨੂੰ ਐਵੇਂ ਲਿਖਾਰੀ ਲਾਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸਾਰੀਆਂ ਭਾਸ਼ਾਵਾਂ ਦੇ ਗਿਆਤਾ ਸੀ, ਗਿਆਨਵਾਨ ਸੀ ਐਡੇ ਵੱਡੇ। ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਵੀ ਲੱਗਦੇ ਸੀ। ਗੁਰੂ ਅਮਰਦਾਸ ਮਹਾਰਾਜ ਦੇ ਸੱਕੇ ਭਤੀਜੇ ਲੱਗਦੇ ਸੀ ਭਾਈ ਗੁਰਦਾਸ। ਕਹਿੰਦੇ ਨੇ ਅਗਲੀ ਪੰਕਤੀ ਸੁਣੋ ਇਹ ਵਾਰ ਦੀ। ਕੁਰਬਾਨੀ ਤਿੰਨਾ ਗੁਰਸਿੱਖਾਂ, ਸਾਧ ਸੰਗਤ ਜਲ ਜਾਏ ਜੁੜਨ ਦੇ। ਹੁਣ ਜਿੱਥੇ ਆਪਾਂ ਬੈਠੇ ਹਾਂ ਸਾਰੇ ਮਾਈ ਭਾਈ, ਇੱਥੇ ਆ ਕੇ ਜਿਹੜੇ ਬੈਠਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਉਹਨਾਂ ਤੋਂ, ਕੁਰਬਾਨ ਸਦਕੇ। ਜਿਹੜਾ ਇੱਥੇ ਆ ਕੇ ਬਹਿੰਦਾ ਹੈ ਗੁਰੂ ਘਰ, ਕਿਉਂਕਿ ਜਿਹੜਾ ਗੁਰੂ ਘਰ ਆ ਕੇ ਬਹਿਗਾ ਉਹਦਾ ਭਲਾ ਹੋ ਜਾਣਾ। ਜਿਹੜਾ ਗੁਰੂ ਦੀ ਗੋਦ ਵਿੱਚ ਆ ਕੇ ਬਹਿਗਾ ਉਹਦਾ ਭਲਾ ਕਿਵੇਂ ਨਾ ਹੋਏਗਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਦਕੇ ਜਾਣਾ ਜਿਹੜੇ ਰੋਜ਼ ਗੁਰੂ ਦੀ ਗੋਦ ਵਿੱਚ ਆ ਕੇ ਬੈਠਦੇ ਨੇ। ਕੁਰਬਾਨੀ ਤਿੰਨਾ ਗੁਰਸਿੱਖਾਂ, ਸਾਧ ਸੰਗਤ ਚੱਲ ਜਾਏ ਜੁੜਨ ਦੇ। ਤੇ ਅੱਗੇ ਕਹਿੰਦੇ ਨੇ ਕੁਰਬਾਨੀ ਤਿੰਨਾ ਗੁਰਸਿੱਖਾਂ, ਮਨ ਮੇਲੀ ਦੇ ਮੇਲ ਕਰਨ ਦੇ। ਉਹਨਾਂ ਦੇ 'ਚ ਇਹ ਮਨ ਵਿੱਚ ਹੁੰਦੀ ਹੈ ਕਿ ਮੇਲ ਹੋਣ ਗੁਰਮੁਖ ਪਿਆਰਿਆਂ ਦੇ, ਗੁਰਸਿੱਖਾਂ ਦੇ। ਅਤੇ ਫਿਰ ਅੱਗੇ ਕਹਿੰਦੇ ਨੇ ਕੁਰਬਾਨੀ ਤਿੰਨਾ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਨ। ਰੋਜ਼ ਗੁਰਬਾਣੀ ਪੜ੍ਹਦੇ ਨੇ ਅਤੇ ਸੁਣਦੇ ਨੇ। ਆਉਂਦੀ ਹੈ ਨਾ ਸੰਗਤ ਰੋਜ਼। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਦਕੇ ਜਾਣਾ ਕੁਰਬਾਨ ਉਹਨਾਂ ਗੁਰਸਿੱਖਾਂ, ਰੋਜ਼ ਬਾਣੀ ਸੁਣਦੇ ਨੇ, ਪੜ੍ਹਦੇ ਨੇ। ਇਹ ਭਾਈ ਗੁਰਦਾਸ ਨੇ ਆਪਣੀ ਵਾਰ ਵਿੱਚ ਉਹਨਾਂ ਗੁਰਸਿੱਖਾਂ ਦੀ ਬਾਬਤ ਲਿਖਿਆ। ਗੁਰ ਸੇਵਾ ਫਲ ਸੁਫਲ ਫਲੰਦੇ। ਫਿਰ ਗੁਰੂ ਦੀ ਸੇਵਾ ਕਰਕੇ ਗੁਰੂ ਤੋਂ ਮਿੱਠੇ ਫਲ ਪ੍ਰਾਪਤ ਕਰਦੇ ਨੇ। ਪਰ ਸਾਧ ਸੰਗਤ ਜੀ ਉਹਦੇ 'ਤੇ ਹੁੰਦੀ ਹੈ ਕਿਰਪਾ, ਜਿਹੜਾ ਗੁਰੂ ਦੇ ਰਾਹ ਚੱਲਦਾ। ਇੱਕ ਥਾਂ 'ਤੇ ਉਹੀ ਭਾਈ ਗੁਰਦਾਸ ਨੇ ਲਿਖਿਆ ਆਪਣੀ ਬਾਣੀ ਵਿੱਚ, ਕਹਿੰਦੇ ਜੇ ਗੱਲਾਂ ਕਰੇ ਜਪੇ ਨਾ, ਫਿਰ ਨਹੀਂ ਕਿਰਪਾ ਹੋਣੀ। ਉਹ ਵੀ ਲਿਖਿਆ, ਉਹ ਵੀ ਸੁਣਾ ਦਿੰਦੇ ਹਾਂ। ਪੁੱਛਤ ਪਤਖ ਤਹਿ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੁੱਛਤ ਸੁਹਾਗਣ ਕਰਮ ਦੁਹਾਗਣ ਕੇ, ਹਿਰਦੈ ਵਿਚਾਰ ਕਤ ਸਹਿਜਾ ਬੁਲਾਈਏ। ਗਾਏ ਸੁਨੈ ਆਖੈ ਮਿਚੈ ਪਾਈਏ, ਨ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਉ ਨ ਕਮਾਈਏ। ਬੜੀ ਮਹਿੰਗੀ ਵਾਰ ਹੈ ਭਾਈ ਗੁਰਦਾਸ। ਇਹਦੀ ਇੱਕ ਪੰਕਤੀ ਯਾਦ ਕਰਨੀ ਹੋਵੇ ਨਾ, ਕਈ ਵਾਰ ਯਾਦ ਕਰਦੇ ਰਹੋ। ਇਹ ਥੋੜ੍ਹਾ ਵੀ ਪੜ੍ਹਦੇ ਸਾਰੀ ਯਾਦ ਹੋ ਜਾਂਦੀ। ਇੱਕ ਲਾਈਨ ਯਾਦ ਕਰਨ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ, ਅਤੇ ਜੇ ਕਿਸੇ ਨੇ ਕਦੀ ਕੀਤੀ ਹੋਵੇ ਉਹਨੂੰ ਤਾਂ ਪਤਾ ਲੱਗ ਸਕਦਾ। ਪੁੱਛਤ ਪਤਖ ਤੈ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਕਹਿੰਦੇ ਰਾਹੀ ਜਿਹੜੇ ਜਾਂਦੇ ਨੇ, ਕੋਈ ਰਾਹੀ ਹੋਵੇ ਮੁਸਾਫਰ ਰਾਹ ਪੁੱਛ ਲੇ,
ਰਾਹ ਪੁੱਛ ਲੈ ਪਰ ਤੁਰੇ ਨਾ, ਕਹਿੰਦੇ ਉਹ ਪਹੁੰਚ ਜਾਏਗਾ ਮੰਜ਼ਿਲ। ਗੁਰੂ ਘਰ ਦੀਆਂ ਗੱਲਾਂ ਸੁਣੀ ਜਾਵੇ, ਕਥਾ ਸੁਣੀ ਜਾਵੇ, ਬਾਣੀ ਸੁਣੀ ਜਾਵੇ, ਵਿਚਾਰਾਂ ਸੁਣੀ ਜਾਵੇ, ਪਰ ਮੰਨੇ ਇੱਕ ਨਾ, ਕਿਰਪਾ ਹੋ ਜਾਏਗੀ, ਕਹਿੰਦੇ ਕਦਾਚਿਤ ਨਹੀਂ ਹੋਣੀ। ਸੁਣੀ ਜਾਂਦਾ ਹੈ, ਬਸ ਧਾਰਨ ਨਹੀਂ ਕਰਦਾ ਪਿਆ। ਪੁੱਛਤ ਪਤਕ ਤੈ ਮਾਰਗ ਨ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ, ਗੱਲਾਂ ਨਾਲ ਨਹੀਂ ਕਹਿੰਦੇ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਵੈਦ ਕਹਿੰਦੇ ਡਾਕਟਰ, ਹੁਣ ਡਾਕਟਰ ਕਹਿੰਦੇ ਨੇ, ਪਹਿਲਾਂ ਵੈਦ ਹੁੰਦੇ ਸੀ ਹਕੀਮ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਔਖਦ ਕਹੀਏ ਔਸ਼ਧੀ, ਦਵਾਈ, ਮੈਡੀਸਨ। ਕਹਿੰਦੇ ਡਾਕਟਰ ਕੋਲ ਦਵਾਈ ਲੈ ਲਈ, ਪਰਹੇਜ਼ ਰੱਖਿਆ ਨਹੀਂ, ਸੰਜਮ ਨਾਲ ਖਾਂਦਾ ਨਹੀਂ। ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ, ਕਿਵੇਂ ਰੋਗ ਮਿਟੇ, ਕਿਵੇਂ ਸੁਖ ਮਿਲੇ ਉਹਨੂੰ, ਨਹੀਂ ਮਿਲੇਗਾ। ਇਸੇ ਤਰ੍ਹਾਂ ਕਹਿੰਦੇ ਨਾਮ ਰੂਪੀ ਦਵਾਈ ਸਤਿਗੁਰੂ ਨੇ ਪਰਹੇਜ਼ ਰੱਖਣ ਵਾਸਤੇ ਕਿਹਾ ਹੈ। ਨਿੰਦਿਆ ਚੁਗਲੀ ਬਖੀਲੀ ਤੇ ਨਾਮ ਜਪਣਾ। ਗੁਰੂ ਘਰ ਆਉਣਾ, ਨਿੰਦਿਆ ਚੁਗਲੀ ਕਰਨੀ ਬਰਾਬਰ ਜਿਹਾ ਹੀ ਕੰਮ ਹੋ ਜਾਂਦਾ, ਸਗੋਂ ਵਾਧਾ ਹੀ ਹੋ ਜਾਂਦਾ ਭਾਰ। ਇਹ ਬਚਣਾ ਪੈਂਦਾ ਹੈ। ਇਸ ਕਰਕੇ ਤਾਂ ਸੁਣੇ ਵੀ ਨਾ, ਸੁਣੇ ਵੀ, ਜੇ ਕੋਈ ਸੁਣਾਉਂਦਾ ਵੀ ਹੋਵੇ ਨਾ, ਸੁਣੇ ਨਾ। ਆ ਕਈ ਵਾਰ ਅੰਮ੍ਰਿਤ ਵੇਲੇ ਕਈ ਲੱਗ ਜਾਂਦੇ, ਉੱਥੇ ਇੰਝ ਹੋਇਆ, ਹਜੇ ਮਹਾਰਾਜ ਦਾ ਪ੍ਰਕਾਸ਼ ਵੀ ਨਾ ਹੋਵੇ, ਭਾਵੇਂ ਵੀ ਜਿਹੜੇ ਕੰਮ ਆਪਾਂ ਆਏ ਉਹ ਕਰੀਏ। ਗੱਲਾਂ ਤਾਂ ਬਥੇਰੀਆਂ ਦਿਨੇ ਵੀ ਕਰ ਲੈਣੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਇੱਕ ਪ੍ਰਮਾਣ ਬੀਬੀਆਂ ਨੇ ਦਿੱਤਾ ਅੱਗੇ, ਪੁੱਛਤ ਸੁਹਾਗਣ ਕਰਮ ਦੁਹਾਗਣ ਕੇ, ਹਿਰਦੈ ਵਿਚਾਰ ਕਤ ਸਹਿਜਾ ਬੁਲਾਈਏ। ਭਾਈ ਗੁਰਦਾਸ ਜੀ ਕਹਿੰਦੇ ਸੁਹਾਗਣ ਜਿਹੜੀ ਇਸਤਰੀ ਹੈ, ਪਤੀ ਵਰਤਾ ਧਰਮ ਵਿੱਚ ਪ੍ਰਪੱਕ ਇਸਤਰੀ ਨੂੰ ਪੁੱਛਦੀ ਹੈ ਸੁਹਾਗ ਦੀਆਂ ਨਿਸ਼ਾਨੀਆਂ, ਪਰ ਪੁੱਛਦੀ ਹੈ, ਗੱਲਾਂ ਹੀ ਕਰਦੀ ਹੈ, ਆਚਰਨ ਉਹਦਾ ਹੈ ਨਹੀਂਗਾ। ਹਿਰਦੈ ਵਿਚਾਰ, ਅੰਦਰ ਮਨ 'ਚ ਵਿਸ਼ੇ ਵਿਕਾਰ ਨੇ, ਅੰਦਰ ਮਨ ਦੇ ਵਿੱਚ ਸਾਧ ਸੰਗਤ ਜੀ ਨੈਗੇਟਿਵ ਜਿਹੜੇ ਖਿਆਲ ਪ੍ਰਗਟ ਹੁੰਦੇ ਨੇ। ਕਤ ਸਹਿਜਾ ਬੁਲਾਈਏ, ਕਹਿੰਦੇ ਉਹਨੂੰ ਖੁਸ਼ੀ ਮਿਲ ਸਕਦੀ ਪਤੀ ਦੀ। ਤੂੰ ਗੁਰੂ ਦੇ, ਗੁਰੂ ਰੂਪ ਪਤੀ ਦੀ ਆਗਿਆ ਦੇ ਨਹੀਂ ਹੈ, ਤੈਨੂੰ ਗੁਰੂ ਦੀ ਸਹਿਜਾ ਪ੍ਰਾਪਤ ਹੋ ਸਕਦੀ ਹੈ, ਖੁਸ਼ੀ ਮਿਲ ਸਕਦੀ ਹੈ ਗੁਰ ਪਰਮੇਸ਼ਰ ਪਤੀ ਦੀ। ਇਹ ਪ੍ਰਮਾਣ ਦੇ ਕੇ ਸਮਝਾਇਆ ਉਹਨਾਂ ਨੇ। ਗਾਏ ਸੁਨੇ ਆਖੇ ਮਿਚੇ ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਗਹਿ ਜੋ ਲਓ ਨਾ ਕਮਾਈਏ। ਕਹਿੰਦੇ ਅੱਖਾਂ ਬੰਦ ਕਰ ਲੈਂਦੇ ਨੇ, ਸਾਡੇ ਵਰਗੇ ਚੋਲਾ ਪਾ ਕੇ ਕਦੀ ਖੋਲ੍ਹ ਲੈਂਦੇ ਨੇ, ਬੜੀ ਸਮਾਧੀ ਲੱਗੀ। ਬੜੇ ਕਰਦੇ ਨੇ ਪਖੰਡ ਜੇ, ਉਹਨਾਂ ਨੂੰ ਪਤਾ ਐਵੇਂ ਤੇ ਆਉਣਾ ਨਹੀਂ ਉਹਨਾਂ ਨੇ, ਮੜਾ ਜਾਂ ਇੰਝ ਕੀਤਾ, ਚਲੋ ਜੀ ਸਿਰ ਜਾ, ਵੀ ਵਾਕਿਆ ਹੀ ਕੋਈ ਨਾ ਕੋਈ ਹੈ ਜੀ। ਆਹ ਡਰ ਜਾਣੇ, ਆਹ ਡਰ ਪਿੱਛੇ ਹੀ ਆਪਾਂ ਜੇ ਬਾਣੀ ਨਾਲ ਜੁੜੀਏ, ਡਰ ਨਿਕਲੇ ਸਾਡਾ। ਅਸੀਂ ਕੋਈ ਇਤਿਹਾਸ ਸੁਣੀਏ, ਸਾਡਾ ਡਰ ਨਿਕਲੇ। ਅਸੀਂ ਮੜਾ ਜਾਂ ਕੋਈ ਕਰਦਾ ਬੰਦ ਤੇ ਬਸ ਅਸੀਂ ਡਰ ਜਾਂਦੇ। ਕੀ ਹੈ? ਕੁਛ ਵੀ ਨਹੀਂ ਹੈ। ਇਸ ਕਰਕੇ ਜਿਹੜੇ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ, ਸਾਰੇ ਉਹਦੇ ਤੋਂ ਡਰਦੇ ਹੁੰਦੇ ਨੇ। ਜਿੱਥੇ ਮਰਜ਼ੀ ਬਿਠਾ ਦਿਓ ਸਾਨੂੰ ਲਿਜਾ ਕੇ, ਕੋਈ ਅਸਰ ਨਹੀਂ ਹੁੰਦਾ, ਕੋਈ ਜੋ ਮਰਜ਼ੀ ਕਰੀ ਜਾਓ, ਉਲਟਾ ਉਹਦੇ 'ਤੇ ਹੀ ਪੈ ਜਾਏਗਾ। ਕਿਉਂਕਿ ਬਾਣੀ ਪੜ੍ਹਨ ਨਾਲ ਤਾਂ ਕੋਈ ਅਸਰ ਨਹੀਂ ਹੁੰਦਾ। ਬਾਣੀ ਪੜ੍ਹਨ ਨਾਲ ਤਾਂ ਸਾਰੇ ਡਰਦੇ ਨੇ। ਬਾਣੀ ਸਰਵੋਤਮ ਹੈ। ਅਸੀਂ ਬਾਣੀ ਤੋਂ ਟੁੱਟੇ ਹੋਏ ਹਾਂ, ਉਂਝ ਡਰਦੇ ਫਿਰਦੇ ਹਾਂ। ਫਿਰ ਮਾੜਾ ਜਿਹਾ ਕੋਈ ਕਹਿ ਦਿੰਦਾ। ਉਹ ਜਿਵੇਂ ਇੱਕ ਗੁਰਸਿੱਖ ਪਰਿਵਾਰ ਸੀ, ਕੋਈ ਮੰਗਣ ਵਾਲੇ ਆ ਗਏ, ਬਾਬੇ ਸੇਵਾ, ਨਹੀਂ ਨਹੀਂ 2 ਬੋਰੀਆਂ ਹੀ ਲੈਣੀਆਂ ਨੇ, ਇੰਨੀ ਲੈਣੀ ਹੈ। ਉਹ ਕਹਿੰਦੇ ਬਾਬਾ ਗ੍ਰਸਤੀਆਂ, ਬੱਚੇ ਪਾਲਣੇ, ਸਾਡੇ ਪਿੰਡ ਦਾ ਵੀ ਗੁਰਦੁਆਰਾ ਬਣਦਾ ਪਿਆ, ਆ ਜਿੰਨੇ ਕੋਈ ਮਿਲਦੇ ਨੇ ਲੈ ਲੈ। ਨਹੀਂ ਨਹੀਂ ਦੇਣੇ ਤਾਂ ਵੇਚ ਲਓ, ਫਿਰ ਮੈਂ ਦੂਜਾ ਕੰਮ ਕਰ ਦੇਣਾ, ਬੋਲ ਦੇਣਾ। ਕਹਿੰਦੇ ਕੀ ਆਖਿਆ? ਔਰ ਰਸਤਾ ਦਿਖਦਾ, ਚੱਲਦਾ ਬਣ, ਇੱਥੋਂ ਕੁਛ ਨਹੀਂ ਮਿਲਣਾ, ਕਰ ਦੇਣਾ ਤੂੰ, ਕਰਨ ਵਾਲਾ ਤੂੰ ਬੈਠਾ ਐਡਾ। ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਕੀ ਕਰ ਸਕਦਾ ਏ? ਐਡਾ ਹੀ ਕਰਨ ਵਾਲਾ ਹੁੰਦਾ, ਉੱਥੇ ਕਰਕੇ ਹੀ ਕਰ ਲੈਣਾ ਸੀ, ਬੈਠ ਕੇ ਹੀ ਸਭ ਕੁਝ ਕਰ ਲੈਣਾ ਸੀ, ਕਰ ਲੈਣਾ ਸੀ ਇਹਨੇ। ਕੀ ਕੀਤਾ ਉਹਨੇ? ਕੁਛ ਨਹੀਂ ਹੁੰਦਾ ਉਹਨਾਂ ਕੋਲ। ਜਿਹੜਾ ਬੰਦਾ ਕਹਿੰਦਾ ਮੈਂ ਕਰ ਦਾਂਗਾ, ਕਰ ਲੈਣਾ ਸੀ, ਕਰ ਹੀ ਨਹੀਂ ਸਕਦਾ। ਜਿਨ੍ਹਾਂ ਕੋਲ ਹੁੰਦੀ ਉਹ ਐਵੇਂ ਬੜਾ ਵਿਖਾਉਂਦੇ ਨੇ। ਕੈਪਟਨ ਸਾਹਿਬ ਬੈਠੇ ਨੇ, ਜਿਨ੍ਹਾਂ ਨੇ ਡੱਬ 'ਚ ਪਾਇਆ ਹੁੰਦਾ ਰਵਾਲ, ਦੱਸਦੇ ਥੋੜ੍ਹਾ ਫਿਰਦੇ ਨੇ। ਗੁਪਤੀ ਉਦੋਂ ਹੀ ਪਤਾ ਲੱਗਦਾ ਜਦੋਂ ਆਵਾਜ਼ ਜੀ ਆਉਂਦੀ। ਨਹੀਂ ਕਈ ਰੌਲਾ ਜਿਹਾ ਪਾਉਂਦੇ ਫਿਰਦੇ ਨੇ, ਮੇਰੇ ਕੋਲ ਮੌਕੇ 'ਤੇ ਚੱਲਦੇ ਨਹੀਂ ਕੈਪਟਨ ਸਾਹਿਬ,
ਦਿਲ ਹੀ ਨਹੀਂ ਪੈਂਦਾ। ਇਸ ਕਰਕੇ ਇਸ ਤਰ੍ਹਾਂ ਡਰਨਾ ਨਹੀਂ ਚਾਹੀਦਾ ਕਿ ਆਪਾਂ ਡਰ ਜਾਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਉਹ ਪਖੰਡ ਹੈ, ਉਹਦੇ ਕੋਲ ਕੁਛ ਨਹੀਂ ਹੈ। ਗਾਏ ਸੁਨੇ ਆਖੇ ਮੀਚੇ ਪਾਈਏ ਨਾ ਪਰਮ ਪਦ, ਕਦੇ ਅੱਖਾਂ ਬੰਦ ਕਰ ਲੈਣੀਆਂ ਖੋਲ੍ਹ ਲੈਣੀਆਂ। ਕਹਿੰਦੇ ਐਵੇਂ ਪ੍ਰਾਪਤੀ ਰੱਬ ਦੀ ਥੋੜ੍ਹਾ ਹੋ ਜਾਂਦੀ। ਅੰਦਰੋਂ ਹਿਰਦੇ ਨਾਲ ਪ੍ਰੀਤੀ ਲੱਗੀ ਹੋਵੇ ਫਿਰ ਕਿਰਪਾ ਹੁੰਦੀ ਹੈ। ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਜਦ ਤੱਕ ਤੂੰ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ ਉਦੋਂ ਤੱਕ ਤੇਰੇ 'ਤੇ ਕਿਰਪਾ ਨਹੀਂ ਹੁੰਦੀ। ਉਹਦੇ ਵਾਸਤੇ ਭਾਈ ਜ਼ਰੂਰੀ ਹੈ ਗੁਰੂ ਨਾਲ ਜੁੜੀਏ, ਰੋਜ਼ ਘਰ ਪਾਠ ਕਰਿਆ ਕਰੋ, ਸਿਮਰਨ ਕਰਿਆ ਕਰੋ ਰੋਜ਼ ਜਿੰਨਾ ਹੋਵੇ। ਇਹ ਨਹੀਂ ਵੀ ਆਪਣੇ ਕੋਲ ਟਾਈਮ ਨਹੀਂ, ਜਿੰਨਾ ਬੈਠੇ ਜਾ। ਬੰਦੇ ਤੋਂ ਬੈਠਾ ਨਾ ਜਾਵੇ ਧੱਕੇ ਨਾਲ, ਇਹ ਵੀ ਗਲਤ ਹੈ। ਜਿੰਨਾ ਕੁ ਤੁਸੀਂ ਸਹੀ ਤਰੀਕੇ ਨਾਲ ਬੈਠ ਸਕੋ, ਜਾਪ ਕਰੋ ਜਪਜੀ ਸਾਹਿਬ, ਜਿੰਨਾ ਵੀ ਹੋ ਸਕੇ। ਤੁਰਦੇ ਫਿਰਦੇ ਵੀ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ, ਉਠਤ ਬੈਠ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰ। ਜਿਵੇਂ ਮਰਜ਼ੀ ਕਰ ਸਕਦੇ ਹਾਂ, ਜਿਵੇਂ ਵੀ ਕਰਾਂਗੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਏਗੀ। ਭਾਵੇਂ ਤੁਰਦੇ ਫਿਰਦੇ ਵੀ ਆਪਾਂ ਇੱਕ ਵਾਰੀ ਵੀ ਵਾਹਿਗੁਰੂ ਕਹਿ ਤਾ ਨਾ, ਉਦੋਂ ਵੀ ਫਲ ਮਿਲ ਜਾਣਾ ਆਪਾਂ ਨੂੰ। ਇਸ ਕਰਕੇ ਗੁਰੂ ਦੀ ਕਿਰਪਾ ਆਪਣੀ। ਭਾਈ ਗੁਰਦਾਸ ਜੀ ਅੱਜ ਦੀ ਵਾਰ ਵਿੱਚ ਕਹਿੰਦੇ ਨੇ ਗੁਰੂ ਦਾ ਉਪਦੇਸ਼ ਧਾਰਨ ਕਰਾਂਗੇ ਕਿਰਪਾ ਆਪਣੇ ਆਪ ਹੀ ਹੋ ਜਾਣੀ। ਕਹਿਣਾ ਵੀ ਨਹੀਂ ਪੈਣਾ ਗੁਰੂ ਨੂੰ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਆਪਣੇ ਆਪ ਹੀ ਕਿਰਪਾ ਹੋ ਜਾਂਦੀ। ਇਸ ਤਰ੍ਹਾਂ ਜਗਤ ਜਲੰਦੇ ਦੇ ਚਾਰਦੇ ਹੋਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਖੀਆਂ ਨੂੰ ਸੁਖੀ ਕਰਨ ਵਾਸਤੇ, ਭੁੱਲੇ ਹੋਇਆਂ ਨੂੰ ਰਸਤੇ ਪਾਉਣ ਵਾਸਤੇ ਸਾਧ ਸੰਜੀ ਸੰਸਾਰ ਭਰ ਵਿੱਚ ਗਏ ਮਹਾਰਾਜ। ਬੜੇ ਬੜੇ ਮਹਾਰਾਜ ਨੂੰ ਔਲੀਏ ਪਕੰਬਰ ਪੀਰ ਫਕੀਰ ਮਿਲੇ ਜਿਨ੍ਹਾਂ ਵਿੱਚ ਬੜੀ ਹਉਂ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਸ਼ਾਂਤ ਬੈਠੇ ਹੁੰਦੇ। ਮਹਾਰਾਜ ਸ਼ਕਤੀਆਂ ਦੇਣ ਵਾਲੇ, ਸਮੂਹ ਸ਼ਕਤੀਆਂ ਦੇ ਮਾਲਕ, ਉਹ ਬਿਲਕੁਲ ਸ਼ਾਂਤ ਬੈਠੇ। ਇਹਦਾ ਮਤਲਬ ਜਿਹਦੇ ਕੋਲ ਹੁੰਦਾ ਕੁਛ ਉਹ ਸ਼ਾਂਤ ਹੀ ਬੈਠਾ, ਕੀ ਲੋੜ ਹੈ ਉਹਨੂੰ। ਇਸ ਕਰਕੇ ਮਹਾਰਾਜ ਸੱਜਣ ਠੱਗ ਦਾ ਉਧਾਰ ਕਰਕੇ ਨਾ ਸਤਕਰੀ ਸ਼ਹਿਰ 'ਚ ਪਹੁੰਚ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ। ਇੱਥੇ ਮਹਾਰਾਜ ਨੇ ਇੱਕ ਸ਼ਬਦ ਪੜ੍ਹਿਆ, ਨਾਨਕ ਦੁਖੀਆ ਸਭ ਸੰਸਾਰ। ਜਦੋਂ ਇਹ ਸ਼ਬਦ ਪੜ੍ਹਿਆ ਨਾ, ਇਹ ਕੋਈ 953 ਅੰਗ ਦੇ ਲਗਭਗ ਹੁੰਦਾ ਮਹਾਰਾਜ। ਰਾਮਕਲੀ ਰਾਗ ਜਿਹੜਾ ਨਾ ਉਹਦੇ ਵਿੱਚ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ। ਇਹ ਲਾਸਟ ਵਿੱਚ ਪਤਾ ਲੱਗੇਗਾ। ਹੁਣ ਥੋੜ੍ਹੀ ਜਿਹੀ ਸਾਖੀ ਹੈ, ਛੋਟੀ ਜਿਹੀ, ਇਹ ਸੁਣੋਗੇ ਬੜਾ ਮਨ ਨੂੰ ਸਕੂਨ ਮਿਲੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸ਼ਬਦ ਪੜ੍ਹਿਆ, ਪੜ੍ਹ ਲੈਂਦੇ ਆਪਾਂ ਸਾਰੇ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਦੁਖੀਆ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ। ਭਾਈ ਮਰਦਾਨਾ ਕਹਿੰਦਾ ਮਹਾਰਾਜ ਸਾਰੇ ਦੁਖੀ ਨੇ? ਮਹਾਰਾਜ ਕਹਿੰਦੇ ਹਾਂ ਸਾਰੇ ਦੁਖੀ ਨੇ। ਮਹਾਰਾਜ ਵੱਡੇ ਵੱਡੇ ਮਹਿਲਾਂ ਵਾਲੇ ਵੀ ਦੁਖੀ ਨੇ? ਮਹਾਰਾਜ ਕਹਿੰਦੇ ਉਹ ਵੀ ਦੁਖੀ ਨੇ। ਮਹਾਰਾਜ ਇੰਨੀਆਂ ਇੰਨੀਆਂ ਜ਼ਮੀਨਾਂ ਵਾਲੇ ਵੀ ਦੁਖੀ ਨੇ? ਮਹਾਰਾਜ ਕਹਿੰਦੇ ਉਹ ਵੀ ਦੁਖੀ ਨੇ। ਮਹਾਰਾਜ ਜਿਨ੍ਹਾਂ ਦੇ ਘਰ ਧਨ ਪਦਾਰਥ ਸਾਰੇ ਹਨ ਉਹ ਵੀ ਦੁਖੀ ਨੇ? ਮਹਾਰਾਜ ਕਹਿੰਦੇ ਉਹ ਵੀ ਦੁਖੀ ਨੇ। ਇਹਨੇ ਕਹਿ ਦਿੱਤਾ ਸਤ ਬਚਨ, ਪਰ ਮਨ ਵਿੱਚ ਸ਼ੰਕਾ ਰਿਹਾ ਵੀ ਇਹ ਕਿਵੇਂ ਹੋ ਸਕਦਾ। ਜਿਨ੍ਹਾਂ ਦਾ ਘਰ ਸੋਹਣਾ ਹੋਵੇ, ਜਿਨ੍ਹਾਂ ਘਰ ਧਨ ਪਦਾਰਥ ਹੋਵੇ, ਕੋਈ ਘਾਟ ਨਾ ਹੋਵੇ, ਉਹ ਦੁਖੀ ਹੋ ਸਕਦਾ ਕਦੇ? ਮਹਾਰਾਜ ਐਵੇਂ ਹੀ ਕਹਿ ਦਿੰਦੇ ਨੇ ਦੁਖੀ ਆ ਸਭ ਸੰਸਾਰ। ਮਹਾਰਾਜ ਤਾਂ ਜਾਣਗੇ ਵੀ ਇਹਦੇ ਅੰਦਰ ਕੀ ਚੱਲਦਾ ਪਿਆ। ਅੱਗੇ ਮਹਾਰਾਜ ਗਏ ਸਤਕਰਾ ਸ਼ਹਿਰ, ਉੱਥੇ ਸ਼ਾਹੂਕਾਰ ਹੈ, ਬੜਾ ਵੱਡਾ ਮਹੱਲ ਹੈ, ਲੱਖਾਂ ਰੁਪਈਆਂ ਦਾ ਉਸ ਟਾਈਮ ਦਾ, ਅਤੇ ਉਹਦੇ ਐਡਾ ਕੰਮ ਬਿਜ਼ਨਸ ਚੱਲਦਾ ਹੈ।
ਤੇ ਉਹਦੇ ਕੋਲ ਨੌਕਰ ਇੰਨੇ ਨੇ, ਕੁਛ ਤਾਂ ਲੱਤਾਂ ਘੁੱਟਦੇ ਪਏ ਨੇ, ਕੁਛ ਮੋਢੇ ਘੁੱਟਦੇ ਪਏ ਨੇ, 5-7 ਪਿੱਛੇ ਖੜੇ ਨੇ, 5-7 ਲੱਤਾਂ ਦੇ ਕੋਲ ਲੱਤਾਂ ਕੁੱਟੀ ਜਾਂਦੇ ਨੇ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਧਰ ਵੇਖਿਓ ਮਾੜਾ ਜਿਹਾ ਝਾਤੀ ਮਾਰ ਕੇ, ਕਿਉਂਕਿ ਸ਼ੰਕਾ ਸੀ ਨਾ। ਮਹਾਰਾਜ ਨੇ ਕਿਹਾ ਜੀ ਦੁਖੀਆ ਸਭ ਸੰਸਾਰ। ਕਹਿੰਦਾ ਮਹਾਰਾਜ ਉੱਧਰ ਵੇਖਿਓ ਮਾੜਾ ਜਿਹਾ, ਕਿੱਡਾ ਮਹੱਲ ਪਾਇਆ, ਕਿੱਡਾ ਕਾਰੋਬਾਰ ਹੈ, ਕਿੰਨੇ ਨੌਕਰ ਲੱਤਾਂ ਘੁੱਟਦੇ ਨੇ, ਮੋਢੇ ਘੁੱਟਦੇ ਨੇ, ਉਹ ਦੁਖੀ ਹੈ। ਮਹਾਰਾਜ ਭਾਈ ਮਰਦਾਨਾ ਕਹਿੰਦਾ ਮਹਾਰਾਜ ਉਹਦੇ ਵਰਗਾ ਸੁਖੀ ਨਹੀਂ ਦੁਨੀਆ ਤੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੈਨੂੰ ਪਤਾ ਹੀ ਨਹੀਂ ਫਿਰ ਹੈ, ਇਹਦੇ ਵਰਗਾ ਤਾਂ ਦੁਨੀਆ ਤੇ ਦੁਖੀ ਕੋਈ ਨਹੀਂ ਹੈ, ਇਹਦੇ ਵਰਗਾ ਦੁਨੀਆ ਤੇ ਦੁਖੀ ਨਹੀਂ ਹੈ। ਤੇ ਜੇ ਮੈਂ ਇਹਦੇ ਬਾਬਤ ਦੱਸਿਆ ਤੇਰੇ ਮਨ 'ਚ ਫਿਰ ਸ਼ੰਕਾ ਰਹਿ ਜਾਣਾ ਹੈ। ਇਹਦੀ ਹਾਲਤਾਂ ਇਸ ਤਰ੍ਹਾਂ ਜਿਵੇਂ ਲੱਕੜੀ ਜਿਹੜੀ ਹੁੰਦੀ ਨਾ, ਘੁਣੇ ਨੇ ਸਾਰੀ ਖਾ ਲਈ ਹੋਵੇ, ਤੂੰ ਉੱਤੇ ਪੇਂਟ ਮਾਰ ਦੋ, ਉੱਪਰੋਂ ਨਵੀਂ ਲੱਗਦੀ, ਅੰਦਰ ਕੁਛ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹਦਾ ਹਾਲਤ ਇਸ ਤਰ੍ਹਾਂ, ਬਾਹਰੋਂ ਹੀ ਲੱਗਦਾ ਕਾਰੋਬਾਰ ਮਹੱਲ ਬੜੇ ਵੱਡੇ ਵੱਡੇ, ਅੰਦਰ ਤਾਂ ਘੁਣੇ ਦਾ ਖਾਧਾ ਹੈ, ਦੁੱਖਾਂ ਨਾਲ ਇੰਨਾ ਦੁਖੀ ਹੈ। ਮਹਾਰਾਜ ਕਹਿੰਦੇ ਜਾ ਤੂੰ ਜਾ ਕੇ ਪੁੱਛੀ ਆ, ਤੇਰੇ ਮਨ ਦਾ ਸ਼ੰਕਾ ਦੂਰ ਨਹੀਂ ਹੋਣਾ, ਜਾ ਪੁੱਛ ਕੇ ਆ। ਗਿਆ ਸ਼ਾਹੂਕਾਰ ਕੋਲ, ਬੜੇ ਬੜੇ ਨੌਕਰ ਸੇਵਾ ਕਰਦੇ ਪਏ ਨੇ, ਮੁੱਠੀ ਚਾਪੀ। ਕਹਿੰਦੇ ਕੀ ਲੈਣਾ ਜੀ? ਕਹਿੰਦਾ ਮੈਂ ਲੈਣਾ ਤਾਂ ਕੁਛ ਨਹੀਂ, ਸ਼ਾਹੂਕਾਰ ਨੂੰ ਮਿਲਣਾ ਹੈ, ਕੁਛ ਗੱਲ ਕਰਨੀ। ਫਕੀਰਾਂ ਨੂੰ ਲਿਬਾਸ ਪਾਇਆ, ਉਹ ਕਹਿਣ ਲੱਗੇ ਚਲੋ ਬੈਠਕ 'ਚ ਬਿਠਾ ਦਿਓ, ਉੱਥੇ ਹੀ ਗੱਲ ਕਰਾਂਗੇ ਇਹਦੇ ਨਾਲ। ਜਿੱਥੇ ਆਪਾਂ ਆਏ ਗਏ ਨੂੰ ਬਿਠਾਉਂਦੇ ਸੀ, 2 ਮੰਜੇ ਰੱਖੇ ਹੁੰਦੇ ਸੀ, 2-4, ਉਹਨੂੰ ਪੁਰਾਣੇ ਬਜ਼ੁਰਗ ਬੈਠ ਕੇ ਕਹਿੰਦੇ ਸੀ ਮਾਇਆ ਦਾ ਬੋਲਬਾਲਾ ਅੱਜ ਹੋ ਗਿਆ, ਮਾਇਆ ਨੇ ਨਾਮ ਹੀ ਬਦਲਤਾ ਹੈ ਅਤੇ ਉਹ ਸਾਧਨ ਵੀ ਬਦਲਤੇ ਨੇ ਬਹਿਣ ਵਾਲੇ। ਕੰਮ ਉਹੀ ਕਰਨੇ ਆ, ਕੰਮ ਕੋਈ ਫਰਕ ਨਹੀਂ ਪਿਆ, ਅੱਜ ਵੀ ਉਹੀ ਕਰਨੇ ਆ। ਅੱਜ ਉਹਦਾ ਨਾਂ ਡਰਾਇੰਗ ਰੂਮ ਹੋ ਗਿਆ ਅਤੇ ਮੰਜਿਆਂ ਦੀ ਥਾਂ 'ਤੇ ਸੋਫੇ ਹੋ ਗਏ ਨੇ, ਕੰਮ ਉਹੀ ਕਰਦੇ ਆ, ਬਹਿੰਦੇ ਆ ਉੱਥੇ ਵੀ ਜਾ ਕੇ। ਅਤੇ ਡਰਾਇੰਗ ਰੂਮ ਦਾ ਵੀ ਅਰਥ ਇਹੀ ਹੈ ਵੀ ਬੈਠ ਕੇ ਬਹਿਣ ਵਾਸਤੇ ਆਇਆ ਗਿਆ ਬਹਿੰਦਾ। ਉਹ ਬੈਠਕ ਵਿੱਚ ਜਾ ਕੇ ਬਿਠਾਤਾ, ਦੇਖਿਆ ਬੈਠਕ ਦੇ ਵਿੱਚ ਬੜੇ ਕੀਮਤੀ ਕੱਪੜੇ ਵਿਛਾਏ ਹੋਏ ਨੇ, ਪੈਰਾਂ ਦੇ ਵਿੱਚ ਬੜੀਆਂ ਬੜੇ ਚੰਗੇ ਮਹਿੰਗੀਆਂ ਚੀਜ਼ਾਂ ਰੱਖੀਆਂ। ਆਪਾਂ ਜਿਵੇਂ ਸ਼ੋਅ ਕੇਸ ਦੇ ਵਿੱਚ ਰੱਖਦੇ ਨੇ ਨਾ, ਡਰਾਇੰਗ ਰੂਮ ਦੇ ਵਿੱਚ ਬੜਾ ਕਈ ਹੋਰ ਕਮਰਾ ਭਾਵੇਂ ਨਾ ਤਿਆਰ ਹੋਵੇ, ਡਰਾਇੰਗ ਰੂਮ ਚੰਗੀ ਤਸੱਲੀ ਕਰਾਉਂਦੇ ਨੇ ਵੀ ਆਏ ਗਏ ਨੇ ਤਾਂ ਬਹਿਣਾ ਇੱਥੇ ਹੀ ਹੈ। ਇਸ ਕਰਕੇ ਉਹਨਾਂ ਨੂੰ ਉੱਥੇ ਬਿਠਾਇਆ ਗਿਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਐਵੇਂ ਕਹਿ ਦਿੰਦੇ ਨੇ, ਇੱਥੇ ਆਣ ਕੇ ਅੰਦਰ ਵੇਖਣ, ਆ ਵੇ ਕਿੰਨਾ ਕੀਮਤੀ ਸਮਾਨ ਜੜਿਆ ਪਿਆ ਘਰ ਸਾਰਾ। ਆ ਗਿਆ ਸ਼ਾਹੂਕਾਰ ਆ ਗਿਆ। ਮੈਂ ਹਾਂ ਫਕੀਰ ਸ਼ਾਹ ਕੀ ਗੱਲ ਕਰਨੀ ਦੱਸੋ? ਕਹਿੰਦੇ ਮੈਂ ਗੁਰੂ ਬਾਬਾ ਜੀ ਦਾ ਸੇਵਕ ਹਾਂ, ਜਗਤ ਦੇ ਮਾਲਕ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਉਹਨਾਂ ਨੇ ਇੱਕ ਸ਼ਬਦ ਪੜ੍ਹਿਆ, ਨਾਨਕ ਦੁਖੀਆ ਸਭ ਸੰਸਾਰ। ਮੈਂ ਸ਼ੰਕਾ ਕੀਤਾ ਮਹਾਰਾਜ ਮਹੱਲਾਂ ਵਾਲੇ ਦੁਖੀ ਹੋਣਗੇ, ਉਹ ਤਾਂ ਸੁਖੀ ਨੇ? ਮਹਾਰਾਜ ਕਹਿੰਦੇ ਨਹੀਂ। ਮੈਂ ਕਿਹਾ ਜਿਨ੍ਹਾਂ ਕੋਲ ਜ਼ਮੀਨ ਜਾਇਦਾਦਾਂ ਨੇ, ਧਨ ਪਦਾਰਥ ਨੇ, ਘਰ ਵਿੱਚ ਸਾਰਾ ਕੁਛ, ਉਹ ਵੀ ਦੁਖੀ ਨੇ? ਮਹਾਰਾਜ ਕਹਿੰਦੇ ਉਹ ਵੀ ਦੁਖੀ ਨੇ। ਅਤੇ ਮੈਂ ਤੁਹਾਡੇ ਵੱਲ ਇਸ਼ਾਰਾ ਕਰਕੇ ਕਿਹਾ ਵੀ ਇਹਦੇ ਨਾਲੋਂ ਵੱਧ ਸੁਖੀ ਦੁਨੀਆ 'ਤੇ ਕੌਣ ਹੋ ਸਕਦਾ ਹੈ? ਅਤੇ ਮਹਾਰਾਜ ਕਹਿੰਦੇ ਜਾ ਕੇ ਪੁੱਛਿਆ ਉਹਨੂੰ ਕਿੰਨਾ ਕੁ ਸੁਖੀ ਹੈ। ਜਦੋਂ ਭਾਈ ਮਰਦਾਨੇ ਨੇ ਕਿਹਾ ਨਾ ਵੀ ਤੇਰੇ ਤੋਂ ਵੱਧ ਕੋਈ ਸੁਖੀ ਨਹੀਂ ਹੋ ਸਕਦਾ, ਤੈਨੂੰ ਤਾਂ ਕਿਸੇ ਗੱਲ ਦਾ ਦੁੱਖ ਨਹੀਂ। ਸਾਧ ਸੰਗਤ ਜੀ, ਇੱਕ ਦੁੱਖ ਹੁੰਦਾ ਆਪਾਂ ਬਿਆਨ ਕਰਦੇ ਹਾਂ, ਕੁਛ ਹੱਦ ਤੱਕ ਹੁੰਦਾ ਉਹ ਦੁੱਖ, ਥੋੜ੍ਹਾ ਹੁੰਦਾ। ਅਤੇ ਜਦੋਂ ਬੰਦਾ ਰੋਣ ਹੀ ਲੱਗ ਜੇ ਨਾ, ਉਹ ਹੱਦ ਹੀ ਪਾਰ ਕਰ ਜਾਂਦਾ ਦੁੱਖ। ਇੰਨਾ ਬੰਦਾ ਤੰਗ ਹੁੰਦਾ ਹੈ ਨਾ, ਉਹ ਬੋਲ ਵੀ ਨਹੀਂ ਸਕਦਾ, ਉਹਦੀਆਂ ਅੱਖਾਂ ਬੋਲਦੀਆਂ ਦੱਸਦੀਆਂ ਵੀ ਕਿੰਨਾ ਕੁ ਜ਼ਿਆਦਾ ਤੰਗ, ਕਿੰਨਾ ਕੁ ਜ਼ਿਆਦਾ ਉਹ ਦੁਖੀ ਹੈ। ਅੱਖਾਂ ਭਰ ਲੈਂਦਾ ਹੈ, ਪਾਣੀ ਆ ਜਾਂਦਾ, ਰੋਣ ਲੱਗ ਜਾਂਦਾ। ਜਦੋਂ ਭਾਈ ਮਰਦਾਨੇ ਨੇ ਕਿਹਾ ਤੇਰੇ ਨਾਲੋਂ ਸੁਖੀ ਨਹੀਂ, ਰੋਣ ਲੱਗ ਗਿਆ ਪੁੱਬਾਂ ਮਰ ਕੇ। ਕਹਿਣ ਲੱਗੇ ਸ਼ਾਹੂਕਾਰ ਜੀ ਕੀ ਗੱਲ ਹੋ ਗਈ? ਮੈਂ ਤਾਂ ਵੈਸੇ ਪੁੱਛਣ ਆਇਆ ਅਤੇ ਤੁਸੀਂ ਰੋਣ ਲੱਗ ਗਏ ਉੱਚੀ ਉੱਚੀ। ਕਹਿਣ ਲੱਗੇ ਮੈਂ ਤਾਂ ਇੰਨਾ ਦੁਖੀ ਹਾਂ ਕਿ ਦੁੱਖ ਵੀ ਨਹੀਂ, ਦੁਨੀਆ ਤਾਂ ਦੁੱਖ ਵੀ ਦੱਸ ਸਕਦੀ ਹੈ, ਦੁਖੀ ਹੋਏਗੀ, ਪਰ ਮੈਂ ਜਿਹੜੀ ਕੰਡੀਸ਼ਨ ਵਿੱਚ, ਹਾਲਾਤ ਵਿੱਚ ਫਸਿਆ, ਆ ਮੇਰੇ ਮਹੱਲ ਤੂੰ ਵੇਖ ਲਏ ਸੁਖੀ ਵਾਲੇ, ਮੇਰਾ ਘਰ-ਬਾਰ ਵੇਖ ਲਿਆ, ਮੇਰੇ ਧਨ ਪਦਾਰਥ ਜ਼ਮੀਨ ਜਾਇਦਾਦ ਵੇਖ ਲਈ। ਕਹਿਣ ਲੱਗੇ ਮੈਂ ਇੰਨਾ ਦੁਖੀ ਹਾਂ ਕਿ ਮੈਂ ਆਪਣਾ ਦੁੱਖ ਵੀ ਲੋਕਾਂ ਨੂੰ ਨਹੀਂ ਦੱਸ ਸਕਦਾ। ਵਾਕਈ ਗੱਲ ਹੈ ਸਾਧ ਸੰਗਤ ਜੀ,
ਜੇ ਉਹ ਦੁੱਖ ਆਪਾਂ ਸੰਗਤ 'ਚ ਵੀ ਨਹੀਂ ਦੱਸ ਸਕਦੇ, ਇੰਨਾ ਜ਼ਿਆਦਾ ਦੁਖੀ ਸੀ ਉਹ। ਕਹਿਣ ਲੱਗੇ ਭਾਈ ਮਰਦਾਨਾ ਕਹਿੰਦਾ ਨਾ ਟੈਲਾ ਮਨ ਟੈਲਾ ਨਾ ਕਰ, ਦੁਖੀ ਨਾ ਹੋ। ਮੇਰਾ ਬਾਬਾ ਨਾਨਕ ਧੰਨ ਗੁਰੂ ਨਾਨਕ ਦੁਖੀਆਂ ਨੂੰ ਹੀ ਸੁਖੀ ਕਰਨ ਆਇਆ। ਉਹ ਦੁਖੀਆਂ ਦੇ ਦੁੱਖ ਕੱਟਣ ਵਾਸਤੇ ਦੁਨੀਆ 'ਤੇ ਆਇਆ। ਅੱਜ ਵੀ ਸਾਧ ਸੰਗਤ ਜੀ ਕੱਟੇ ਜਾ ਰਹੇ ਨੇ ਗੁਰੂ ਨਾਨਕ ਦੇ, ਉਦੋਂ ਵੀ ਕੱਟਦਾ ਸੀ, ਅੱਜ ਵੀ ਕੱਟਦਾ। ਉਹ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਆਇਆ। ਤੂੰ ਰੋ ਨਾ। ਫਿਰ ਮਨ 'ਚ ਵਿਚਾਰਦਾ ਗੁਰੂ ਬਾਬਾ ਜੀ ਸੱਚ ਕਹਿ ਰਹੇ ਸੀ। ਕਹਿ ਲੰਗੇ ਭਾਈ ਮਰਦਾਨਾ ਮੈਂ ਤਾਂ ਇੰਨਾ ਵੱਡਾ ਦੁਖੀ ਹਾਂ ਨਾ, ਕੀ ਦੱਸਾਂ। ਕਹਿ ਲੰਗੇ ਬਸ ਹੁਣ ਤੂੰ ਗੁਰੂ ਬਾਬਾ ਜੀ ਨੂੰ ਦੱਸੀ, ਧੰਨ ਗੁਰੂ ਨਾਨਕ ਦੇਵ। ਚੱਲ ਉਹਨਾਂ ਦੀ ਸ਼ਰਨ ਪੈ। ਗੁਰੂ ਨਾਨਕ ਦੀ ਸ਼ਰਨ ਪਿਆ ਅਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਗਿਆ। ਮਾਰ ਕਹਿੰਦੇ ਅਸੀਂ ਜਾਣਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ। ਸਾਨੂੰ ਪਤਾ ਹੈ ਕਿ ਤੈਨੂੰ ਕਿਹੜਾ ਦੁੱਖ ਹੈ, ਇਸ ਕਰਕੇ ਕੋਈ ਗੱਲ ਨਹੀਂ, ਤੇਰੇ ਘਰ ਆਵਾਂਗੇ, ਪਰਿਵਾਰ ਨੂੰ ਸਮਝਾਵਾਂਗੇ। ਫਿਰ ਦੋਵਾਂ ਜੀਆਂ ਨੂੰ ਬਿਠਾਇਆ ਮਹਾਰਾਜ ਨੇ, ਘਰ ਵਾਲੀ ਨੂੰ ਸਮਝਾਇਆ, ਵੇਖ ਭਗਵਾਨੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਇਸ ਕਰਕੇ ਗੁਰੂ ਬਾਬਾ ਜੀ ਦੇ ਜਦੋਂ ਬਚਨ ਸੀ, ਕੌਣ ਮੋੜ ਸਕਦਾ ਸੀ ਮਹਾਰਾਜ ਦੇ ਬਚਨ। ਗੁਰੂ ਜੋ ਪੂਰੇ ਕਿਹਾ ਮੈਂ ਛੀਕ ਗਾਂਠਰੀ ਬੰਦਾ, ਉਹ ਤਾਂ ਘੁੱਟ ਕੇ ਗੰਢ ਪਾ ਲੈਂਦੇ ਸੀ ਜਦੋਂ ਗੁਰੂ ਮਹਾਰਾਜ ਬਚਨ ਕਰਦੇ ਸੀ। ਬੰਨ ਲਿਆ ਸਤ ਬਚਨ ਮਹਾਰਾਜ, ਸੁਖੀ ਕਰਤਾ ਮਹਾਰਾਜ ਨੇ ਉਹਨਾਂ ਨੂੰ। ਅਤੇ ਮਹਾਰਾਜ ਕਹਿਣ ਲੱਗੇ ਸ਼ਾਹੂਕਾਰ ਨੂੰ ਰੋ ਨਾ, ਇੱਥੇ ਬੜੇ ਬੜੇ ਵੱਡੇ ਰੋਂਦੇ ਰਹੇ ਨੇ ਦੁਨੀਆ। ਆਹ ਸ਼ਬਦ 953 ਅੰਗ 'ਤੇ ਗੁਰੂ ਗ੍ਰੰਥ। ਏਡੇ ਏਡੇ ਵੱਡੇ ਅਵਤਾਰ, ਜੇ ਕਿਸੇ ਦੇ ਘਰ ਦੁੱਖ ਹੈ ਨਾ ਭਾਈ, ਕੋਈ ਦੁਖੀ ਹੈ, ਉਹ ਇਹ ਸ਼ਬਦ ਪੜ੍ਹ ਲਓ, ਉਹਨੂੰ ਸਕੂਨ ਮਿਲੇਗਾ ਜ਼ਰੂਰ। ਹੁਣ ਸੁਣਾਵਾਂਗੇ ਤੁਹਾਨੂੰ ਉਹ ਸ਼ਬਦ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਸੁਖੀ ਕੀਤਾ। ਉਹ ਸ਼ਬਦ ਪੜ੍ਹ ਕੇ ਜਿਸੇ ਕਿਸੇ ਘਰ ਵੀ ਦੁੱਖ ਹੋਵੇ, ਕਿਸੇ ਪ੍ਰਕਾਰ ਦਾ ਵੀ ਦੁੱਖ ਹੋਵੇ, ਪਰ ਜਦੋਂ ਆਪਾਂ ਉਹ ਸ਼ਬਦ ਸੁਣਾਂਗੇ ਜਾਂ ਉਹਦੇ ਅਰਥ ਸੁਣਾਂਗੇ ਅਤੇ ਸਾਧ ਸੰਗਤ ਜੀ ਬੜਾ ਸਕੂਨ ਮਿਲਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਦੇ ਨੇ ਸੱਚੇ ਪਾਤਸ਼ਾਹ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਇਹ ਮਹਾਰਾਜ ਨੇ ਸ਼ਬਦ ਉਚਾਰੇ। ਅਜੈ ਸਰੋਵੈ ਭਿਖਿਆ ਕਾਇ, ਐਸੀ ਦਰਗਹਿ ਮਿਲੈ ਸਜਾਏ। ਰੋਵੈ ਰਾਮ ਨਿਕਾਲਾ ਭਿਆ, ਸੀਤਾ ਲਛਮਣ ਵਿਖੜ ਗਿਆ। ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਇਹ ਰਾਮ ਬਾਰੇ ਵੀ ਲਿਖਿਆ ਮਹਾਰਾਜ ਨੇ। ਰੋਵੈ ਰਾਮ ਨਿਕਾਲਾ ਭਿਆ, ਸੀਤਾ ਲਖਮਣ ਵਿਛੜ ਗਿਆ। ਅਤੇ ਅੱਗੇ ਕਹਿੰਦੇ ਨੇ ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਅਤੇ ਅੱਗੇ ਕਹਿੰਦੇ ਨੇ ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਿਆ। ਅਤੇ ਅੱਗੇ ਕਹਿੰਦੇ ਨੇ ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਪੀੜ। ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ। ਅਤੇ ਅੱਗੇ ਕਹਿੰਦੇ ਰੋਵੈ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੈ ਗਿਆਨ ਗਵਾਏ। ਨਾਨਕ ਦੁਖੀਏ ਬਾਲੀ ਰੋਵੈ ਨਾਇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਮਹਾਰਾਜ ਨੇ ਪਾਵਨ ਸ਼ਬਦ ਪੜ੍ਹਿਆ ਸ਼ਾਹੂਕਾਰ ਨੂੰ ਸੁਖੀ ਕਰਨ ਵਾਸਤੇ। ਹੁਣ ਇਹਦੇ ਅਰਥ ਕੀ ਨੇ? ਇਹਦੇ ਅਰਥ ਜੇ ਕਰਾਂਗੇ ਥੋੜ੍ਹੇ ਜਿਹੇ ਮਿੰਟ ਲੱਗ ਜਾਣੇ, 5-10 ਮਿੰਟ। ਅਰਥ ਵੀ ਬੜੇ ਗਹਿੜੇ। ਸਹੰਸਰ ਦਾਨ ਦੇ ਇੰਦਰ ਰਵਾਇਆ। ਇੰਦਰ ਕੌਣ ਹੈ? ਸਵਰਗਪੁਰੀ ਦਾ ਮਾਲਕ, ਸਵਰਗ ਦਾ ਮਾਲਕ। ਉਹ ਵੀ ਮਹਾਰਾਜ ਕਹਿੰਦੇ ਦੁਖੀ ਹੋ ਗਿਆ ਸੀ। ਆਪਾਂ ਤਾਂ ਆਮ ਨਾ ਜੇ ਦੁਨੀਆ 'ਤੇ, ਉਹ ਸਵਰਗ ਦਾ ਮਾਲਕ ਸੀ। ਸਹੰਸਰ ਦਾਨ ਦੇ ਇੰਦਰ ਰਵਾਇਆ। ਰੋਇਆ ਕਿਉਂ? ਸੁਣੋ। ਗੌਤਮ ਹੋਇਆ ਰਿਖੀ, ਗੌਤਮ ਰਿਖੀ ਇਸਤਰੀ, ਤਿਸ ਦੇਖ ਇੰਦਰ ਲੁਭਾਇਆ। ਉਹਦੀ ਜਿਹੜੀ ਇਸਤਰੀ ਸੀ ਅਹਿਲਿਆ, ਗੌਤਮ ਰਿਖੀ ਦੀ, ਤਿਸ ਦੇਖ ਇੰਦਰ ਲੁਭਾਇਆ। ਲੁਭਾਏਮਨ ਹੋ ਗਿਆ ਅਤੇ ਭੇਸ ਬਦਲ ਕੇ ਆ ਗਿਆ। ਚੰਦਰਮਾ ਨੂੰ ਵੀ ਕਿਹਾ ਤੂੰ ਪਹਿਲਾਂ ਚੜ੍ਹ ਜੀ। ਪਹਿਲਾਂ ਕੁੱਕੜ ਬਾਂਗਾ ਦਿੰਦੇ ਹੁੰਦੇ ਸੀ, ਅਤੇ ਉਹਨੂੰ ਕਿਹਾ ਤੂੰ ਬਾਂਗ ਦੇ ਦੀ। ਚੰਦਰਮਾ ਵੀ ਚੜ੍ਹ ਗਿਆ, ਕੁੱਕੜ ਨੇ ਵੀ ਕਹਿੰਦੇ ਬਾਂਗ। ਕਹਿੰਦੇ ਜਿਹੜਾ ਨਿਸ਼ਾਨ ਜੇ ਪਏ ਨੇ ਉਹੀ ਨਿਸ਼ਾਨ ਪਏ ਹੋਏ ਨੇ। ਫਿਰ ਗੌਤਮ ਰਿਖੀ ਦਾ ਸਰਾਪੇ ਸੀ ਦੋਵੇਂ। ਇਸ ਕਰਕੇ ਜਦੋਂ ਗੰਗਾ ਤੋਂ ਇਸ਼ਨਾਨ ਕਰਨ ਗਏ, ਕਹਿੰਦੇ ਜਾ ਤੇਰਾ ਘਰ ਲੁੱਟਿਆ ਜਾ ਰਿਹਾ, ਹਜੇ ਕਿੱਥੇ 2 ਵਜੇ ਨੇ।
2 ਵਜੇ ਜਾਂਦਾ ਸੀ ਇਸ਼ਨਾਨ ਕਰਨ, ਉਹ 12 ਵਜੇ 2 ਵਜਾਤੇ ਉਹਨਾਂ ਨੇ, ਮਾਇਆ ਵਰਤਾਤੀ। ਜਦੋਂ ਵਾਪਸ ਆਇਆ ਗੌਤਮ ਰਿਖੀ, ਹੁਣ ਕੁੱਕੜ ਦਾ ਵੀ ਕੋਈ ਟਾਈਮ ਨਹੀਂ ਗਾ ਬਾਂਗ ਦਾ, ਪਰ ਪਹਿਲੀ ਗੱਲ ਤਾਂ ਕੁੱਕੜ ਹੈ ਹੀ ਨਹੀਂ ਘਰਾਂ 'ਚ, ਮਤਲਬ ਸਾਰੇ ਪਿੰਡ 'ਚ ਨਹੀਂ ਹੋਣਾ, ਪਹਿਲਾਂ ਹੁੰਦੇ ਸੀ। ਇਸ ਕਰਕੇ ਉਹਨਾਂ ਦਾ ਵੀ ਕੋਈ ਟਾਈਮ ਨਹੀਂ ਹੋਣਾ, ਪਹਿਲਾਂ ਬਿਲਕੁਲ ਸਹੀ ਟਾਈਮ ਹੁੰਦਾ ਸੀ। ਅਤੇ ਜਦੋਂ ਆਇਆ ਤਾਂ ਫਿਰ ਉਹਨੇ ਇੰਦਰ ਦੇਵਤੇ ਨੂੰ ਸ਼ਰਾਪ ਦਿੱਤਾ, ਚਿਹਨ ਪੱਗ ਹੋਏ, ਸਾਰੇ ਸਰੀਰ 'ਤੇ ਉਹ ਚਿਹਨ ਪੱਗ ਹੋ ਗਏ, ਸ਼ਰਾਪ ਦਿੱਤਾ। ਫਿਰ ਝਾੜੀਆਂ 'ਚ ਲੁਕਦਾ ਫਿਰ, ਸਵਰਗ ਦਾ ਮਾਲਕ ਝਾੜੀਆਂ 'ਚ ਲੁਕਦਾ ਫਿਰਦਾ, ਕਰਨੀ ਕਰਤੂਤ ਐਵੇਂ ਦੀ। ਆਹ ਦੇਵਤਿਆਂ ਦੇ ਵੀ ਇਤਿਹਾਸ ਐਵੇਂ ਦੇ ਨੇ, ਬੜਾ ਕੁਛ ਕਰਦੇ ਰਹੇ ਨੇ ਦੇਵਤੇ, ਜੇ ਪੜ੍ਹਾਂਗੇ ਨਾ ਹੈਰਾਨ ਹੋ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਕਿਉਂ ਰੋਂਦਾ ਪਿਆ, ਉਹਨੂੰ ਸ਼ਾਹੂਕਾਰ ਨੂੰ ਕਹਿੰਦੇ ਸਹੰਸਰਧਾਨ ਦੇ ਇੰਦਰ ਰੋਆਇਆ। ਉਹ ਇੰਦਰ ਰੋਂਦਾ ਫਿਰਦਾ ਸੀ, ਸਵਰਗ ਤੁਰ ਗਿਆ ਸੀ, ਲੁਕਦਾ ਫਿਰਦਾ ਸੀ ਝਾੜੀਆਂ ਦੇ। ਫਿਰ ਪਰਮਾਤਮਾ ਨੂੰ ਤਰਸ ਆਇਆ, ਫਿਰ ਭਗਤੀ ਕੀਤੀ, ਫਿਰ ਸਵਰਗ ਦਾ ਮਾਲਕ ਬਣੇ। ਪਹਿਲਾ ਪ੍ਰਮਾਣ। ਹੁਣ ਦੂਜਾ ਸੁਣਿਓ, ਕਹਿੰਦੇ ਪਰਸਰਾਮ ਰੋਵੇ ਘਰ ਆਇਆ। ਪਰਸਰਾਮ 'ਚ ਬੜੀ ਸ਼ਕਤੀ ਸੀ, ਜਿਹੜਾ ਕਹਿੰਦਾ ਸਾਹ ਵਾ ਚੱਕ ਲਿਆ ਸੀ ਮੈਂ, ਕੋਈ ਰਹਿਣ ਨਹੀਂ ਦੇਣਾ। ਜਦੋਂ ਸ੍ਰੀ ਰਾਮਚੰਦਰ 'ਤੇ ਆਇਆ ਮਾਰਨ ਲੱਗਾ, ਪਰਸਰਾਮ ਭਗਵਾਨ ਸੀ, ਉਹਨਾਂ ਨੇ ਸਾਰੀ ਸ਼ਕਤੀ ਖਿੱਚ ਲਈ। ਜਦੋਂ ਸ਼ਕਤੀ ਆਪਣੀ ਗਵਾ ਲਈ, ਪਰਸਰਾਮ ਰੋਵੇ ਘਰ ਆਇਆ, ਰੋਂਦਾ ਘਰ ਆਉਂਦਾ। ਇੰਨੀ ਤਪ ਕਰਕੇ, ਭਗਤੀ ਕਰਕੇ, ਤਪੱਸਿਆ ਕਰਕੇ ਸ਼ਕਤੀ ਲਈ, ਸਾਰੀ ਗਵਾ ਲਈ। ਅਜੈ ਸਰੂਵੇ ਭਿਖਿਆ ਖਾਏ, ਐਸੀ ਦਰਗਹਿ ਮਿਲੇ ਸਜੈ। ਅਗਲਾ ਪ੍ਰਮਾਣ ਸੁਣੇ, ਜਿਹੜਾ ਮਾਰਨ ਨੂੰ ਤੇ ਸ਼ਬਦ ਪੜ੍ਹਿਆ ਗੁਰੂ ਨਾਨਕ ਦੇਵ। ਰਾਜਾ ਅਜੈ, ਅੱਜ ਰਾਜਾ ਹੋਇਆ, ਅਜੈ ਸਰੂਵੇ। ਕੋਈ ਮਹਾਤਮਾ ਆਇਆ ਸੀ, ਕਹਿੰਦੇ ਦਾਨ ਕਰੋ ਘੋੜਿਆਂ ਦੇ ਤਬੇਲੇ 'ਚ, ਉਹਨੇ ਘੋੜਿਆਂ ਦੀ ਲਿੱਦੀ ਦਾਨ ਕਰਤੀ। ਥੋੜ੍ਹੇ ਸਮੇਂ ਬਾਅਦ ਜੰਗਲ ਨੂੰ ਘੁੰਮਣ ਗਿਆ, ਦੇਖਿਆ ਤੇ ਘੋੜਾ ਕੋਈ ਨਹੀਂ ਬੰਨਿਆ, ਢੇਰ ਲੱਗਾ ਲਿੱਦ ਦਾ। ਕਹਿਣ ਲੱਗੇ ਫਕੀਰ ਸਾਈਂ ਇਹ ਕਿੱਥੋਂ ਘੋੜਾ ਤੁਹਾਡੇ ਕੋਲ ਨਹੀਂ? ਕਹਿੰਦੇ ਕਿ ਇਹ ਵੀ ਦਾਨ ਕੀਤਾ ਕਿਸੇ ਰਾਜੇ ਨੇ, ਕਿ ਉਹ ਦਾਨ ਵੱਧਦਾ ਪਿਆ, ਇੰਨਾ ਕੁ ਦਿੱਤਾ ਸੀ ਹੁਣ ਵਧੀ ਜਾਂਦਾ। ਜਾਣਿਆ ਉਹ ਤਾਂ ਮੈਂ ਹੀ ਕੀਤਾ। ਕਹਿੰਦੇ ਫਿਰ ਕਹਿੰਦੇ ਇਹ ਦਾਨ ਉਹਨੂੰ ਮਿਲੇਗਾ ਜ਼ਰੂਰ, ਖਾਲੀ ਥੋੜ੍ਹਾ ਜਾਂਦਾ। ਚੰਗਾ ਕਰੇ ਭਾਵੇਂ ਮਾੜਾ ਕਰੇ, ਦਾਨ ਤਾਂ ਮਿਲਣਾ ਹੀ ਮਿਲਣਾ, ਵਧਣਾ ਹੀ ਵਧਣਾ। ਉਹ ਤਾਂ ਚੰਗਾ ਬੀਜੇ ਮਾੜਾ ਬੀਜੇ, ਵਧਣਾ ਤੇ ਵਧਣਾ ਹੀ। ਜੇ ਗੁੱਲੀ ਡੰਡੇ ਦਾ ਇੱਕ ਬੀਜ ਗਿਰਦਾ, ਉਹਦੇ ਨਾਲ ਜੇ 60 ਬੀਜ ਲੱਗਦੇ ਨੇ ਹੋਰ ਅਗਾਂ, ਅਤੇ ਕਣਕ ਦਾ ਇੱਕ ਬੀਜ ਚੰਗਾ ਬੀਜਦਾ ਅਤੇ ਉਹਦੇ ਨਾਲ ਵੀ 60-70 ਇੱਕ ਛਿੱਟੇ ਨੂੰ ਦਾਣੇ ਲੱਗਦੇ ਨੇ। ਦਾਣ ਤਾਂ ਦੋਵੇਂ ਹੀ ਵੱਧਦੇ ਨੇ, ਚੰਗਾ ਬੀਜ ਵੀ ਵੱਧ ਰਿਹਾ ਅਤੇ ਮਾੜਾ ਵੀ ਵੱਧ ਰਿਹਾ। ਇਸ ਕਰਕੇ ਉਹ ਤਾਂ ਲੈਣਾ ਪੈਣਾ। ਕਹਿਣ ਲੱਗੇ ਮਹਾਰਾਜ ਉਹ ਮੈਂ ਹੀ ਕੀਤਾ ਸੀ, ਭੁੱਲ ਮੈਨੂੰ ਮਾਫ਼ ਕਰ। ਕਹਿੰਦੇ ਮਾਫ਼ ਤਾਂ ਨਹੀਂ, ਹੁਣ ਇਹ ਤਾਂ ਹੁਣ ਲੈਣਾ ਪੈਣਾ, ਖਾਣੀ ਪੈਣੀ ਹੈ ਲਿੱਦ ਸਾਰੀ। ਕਹਿਣ ਲੱਗੇ ਮਹਾਰਾਜ ਇੰਨੀ ਲਿੱਦ ਇਹ ਮੈਂ ਕਿਵੇਂ ਖਾ ਲਾਂਗਾ? ਕਹਿਣ ਲੱਗੇ ਕੋਈ ਉਪਾਅ ਦੱਸੋ। ਫਿਰ ਇੰਝ ਕਰ, ਆਪਣੀ ਨਿੰਦਿਆ ਕਰਾਂ। ਤੇਰੀਆਂ ਬੇਟੀਆਂ ਹੈਗੀਆਂ ਨੇ? ਕਹਿੰਦੇ ਹਾਂ ਹੈ ਨੇ ਮਹਾਰਾਜ ਬੇਟੀਆਂ। ਰੱਥ ਉੱਤੇ ਉਹਨਾਂ ਨੂੰ ਬਿਠਾ ਲਿਆ, ਬੇਟੀਆਂ ਨੂੰ ਛੋਟੇ ਛੋਟੇ ਜਿਹੇ ਕੱਪੜੇ ਉਹਨਾਂ ਨੂੰ ਪਵਾ ਦੇ ਵੀ ਲੋਕੀ ਗੱਲਾਂ ਕਰ। ਅੱਜ ਮਾਡਰਨ ਸਮਝ ਲਿਆ, ਸਾਨੂੰ ਇਹਨੂੰ ਲੱਚਰ ਸਮਝਿਆ ਜਾਂਦਾ ਸੀ, ਇਹਨੂੰ ਬੜਾ ਭੈੜਾ ਸਮਝਿਆ ਜਾਂਦਾ। ਮਾਂ ਪਿਓ ਮਾਵਾਂ ਸ਼ੌਂਕ ਨਾਲ ਦਿੰਦੀਆਂ ਨੇ ਗੋਡਿਆਂ ਤੱਕ ਧੀਆਂ ਨੂੰ ਬਸਤਰ। ਵਾਹ ਜੀ ਵਾਹ, ਆ ਕੋਈ ਰੀਤ ਹੈ ਕੋਈ? ਇਹ ਤਾਂ ਕਲਯੁਗ ਦੀ ਘੋਰ ਕਲਯੁਗ ਦੀ ਨਿਸ਼ਾਨੀ। ਫਿਰ ਕਹਿੰਦੇ ਸਾਡੇ ਬੱਚੇ ਦੇ ਸਹੀ ਸੀ, ਫਿਰ ਇੰਝ ਹੋ ਗਏ। ਉਹ ਨਹੀਂ, ਮਾਂ ਪਿਓ ਦੀ ਗਲਤੀ ਹੈ। ਮਾਂ ਵਿੱਚ ਹੱਕਦਾਰ ਹੈ ਪੂਰੀ, ਜੇ ਕੱਲ੍ਹ ਨੂੰ ਧੀ ਨਾਲ ਕੁਛ ਇਸ ਤਰ੍ਹਾਂ ਹੁੰਦਾ। ਇਹ ਸਾਡਾ ਕੋਈ ਹੈ ਹੀ ਨਹੀਂ, ਗੱਲ ਕਲਚਰ ਹੀ ਨਹੀਂ ਹੈ ਸਾਡਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਪਣੀ ਸੱਭਿਅਤਾ ਹੈ, ਆਪਣਾ ਕਲਚਰ ਹੈ ਗੁਰੂਆਂ ਵਾਲਾ, ਸਿੱਖਾਂ ਵਾਲਾ, ਉਹਨੂੰ ਅਪਣਾਓ। ਹਾਂ, ਜਿੱਥੇ ਸਮਾਜ ਨਾਲ ਚੱਲਣਾ ਸਮਾਜ ਨਾਲ ਵੀ ਚੱਲੋ। ਗੁਰੂ ਘਰ ਘੱਟੋ ਘੱਟ ਵੇਖੋ ਅੰਮ੍ਰਿਤਸਰ ਲਿਖ ਕੇ ਲਾਇਆ ਵੀ ਇੱਥੇ ਜਿਹਨੇ ਆਉਣਾ ਬਸਤਰ ਪੂਰੇ ਪਾ ਕੇ ਆਉਣਾ, ਜੇ ਆਉਂਦਾ ਤਾਂ ਵਾਪਸ ਮੋੜ ਦਿੰਦੇ ਨੇ। ਇਸ ਕਰਕੇ ਉਹਨੇ ਆਪਣੀਆਂ ਬੇਟੀਆਂ ਨੂੰ ਇਸ ਤਰ੍ਹਾਂ ਹਾਲਤ, ਜਿਵੇਂ ਕਿਹਾ ਸੀ ਮਾਮ, ਕਹਿੰਦੇ ਸ਼ਰਾਬ ਨਹੀਂ ਫੜਨੀ, ਪਾਣੀ ਵਿੱਚ ਰੰਗ ਪਾ ਲੈਣਾ। ਲੋਕਾਂ ਨੂੰ ਸ਼ਰਾਬ ਲੱਗੇ, ਕਿਉਂਕਿ ਜੇ ਸ਼ਰਾਬ ਹੋਈ, ਸ਼ਰਾਬ ਕਹਿਣਗੇ ਤਾਂ ਨਿੰਦਿਆ ਕਾਹਦੀ ਹੋਈ? ਫਿਰ ਪਾਣੀ ਨੂੰ ਜਦੋਂ ਸ਼ਰਾਬ ਕਹਿਣਗੇ ਫਿਰ ਨਿੰਦਿਆ ਹੋਏਗੀ। ਗੱਲ ਕੁਛ ਹੋਰ ਹੈ, ਕੁਛ ਕੀਤੀ ਹੋਰ ਜਾ ਰਹੀ ਹੈ, ਨਿੰਦਿਆ ਫਿਰ ਬਣਦੀ। ਕਹਿੰਦੇ ਠੀਕ ਮਹਾਰਾਜ। ਹੱਥਾਂ 'ਚ ਫੜ ਲੈਣਾ ਉਹ ਲਾਲ ਪਾਣੀ, ਅਤੇ ਆਪਣੀਆਂ ਬੇਟੀਆਂ ਨੂੰ ਆਪਣੇ ਕੋਲ ਬਿਠਾ ਲੈਣਾ। ਅਤੇ ਲੋਕਾਂ ਦਾ ਪਤਾ ਹੀ ਹੈ। ਕਹਿਣ ਲੱਗੇ ਰਾਜਾ ਵੇਖ ਕਿੱਡਾ ਗਰਕ ਗਿਆ, ਰਾਜਾ ਵੇਖ ਸ਼ਰਾਬ ਹੱਥ 'ਚ ਫੜੀ ਹੈ, ਕੁੜੀਆਂ ਨਾਲ ਬਿਠਾਈਆਂ ਨੇ, ਲੜਕੀਆਂ
ਹੈ ਤਾਂ ਉਹਦੀਆਂ ਧੀਆਂ ਹੀ ਸੀ। ਤੇ ਸਾਰੇ ਲੋਕਾਂ ਨੇ ਨਿੰਦਿਆ ਕਰਤੀ। ਜਦੋਂ ਵਾਪਸ ਆਏ ਮਹਾਂਪੁਰਸ਼ਾਂ ਕੋਲ ਤਾਂ ਇੰਨੀ ਕੁ ਲਿੱਦ ਰਹਿ ਗਈ ਸੀ। ਕਹਿਣ ਲੱਗੇ ਇਹ ਮਹਾਰਾਜ, ਕਹਿੰਦੇ ਇਹ ਨਹੀਂ ਖਤਮ ਹੋਣੀ। ਬਾਕੀ ਸਾਰਿਆਂ ਨੇ ਲਿੱਦ ਖਾ ਲਈ ਨਿੰਦਿਆ ਕਰ ਕਰਕੇ ਲੋਕਾਂ ਨੇ, ਪਰ ਇੱਕ ਇੱਥੇ ਮਹਾਤਮਾ ਸਾਧੂ ਰਹਿੰਦਾ, ਉਹਨੇ ਨਹੀਂ ਕੀਤੀ ਕਿਸੇ ਦੀ, ਚੰਗੀ ਨਾ ਮਾੜੀ, ਇਹ ਤਾਂ ਤੈਨੂੰ ਖਾਣੀ ਪੈਣੀ। ਕਹਿੰਦੇ ਕਿਵੇਂ ਖਾਵਾਂ? ਕਹਿੰਦੇ ਇੰਝ ਕਰ, ਚੂਰਨ ਖਾਣਾ ਰਾਤ ਨੂੰ? ਕਹਿੰਦੇ ਹਾਂ। ਉਹ ਫੱਕੀ ਬਣਾ ਲੈ ਕੁੱਟ ਕੇ, ਚੂਰਨ ਖਾਇਆ। ਜਦੋਂ ਰਾਤ ਨੂੰ ਖਾਂਦਾ ਸੀ ਸਾਧ ਸੰਗਤ ਜੀ, ਉਦੋਂ ਰੋਂਦਾ ਸੀ। ਗੁਰੂ ਨਾਨਕ ਦੇਵ ਮਹਾਰਾਜ ਉਹ ਸ਼ਾਹੂਕਾਰ ਨੂੰ, ਦੁਖੀ ਨੂੰ ਸਮਝਾਉਣ ਵਾਸਤੇ ਕਹਿੰਦੇ ਨੇ, ਅਜੈ ਸਰੋਵੈ ਭਿਖਿਆ ਖਾਏ। ਉਹ ਜਿਹੜੀ ਦਾਨ ਕੀਤਾ ਸੀ ਨਾ ਭਿਕਸ਼ਾ, ਉਹ ਜਦੋਂ ਖਾਂਦਾ ਹੈ ਤੇ ਉਦੋਂ ਰੋਂਦਾ ਹੈ। ਕਿਹਨੂੰ ਦੱਸੇ ਦੁੱਖ? ਨਾਲੇ ਖਾਂਦਾ ਨਾਲੇ ਰੋਂਦਾ ਹੈ। ਅਜੈ ਸਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਤੇ ਅੱਗੇ ਕਹਿੰਦੇ ਨੇ, ਰੋਵੈ ਰਾਮ ਨਿਕਾਲਾ ਪਿਆ। ਜਦੋਂ ਰਾਮ ਚੰਦਰ ਨੇ ਆਪਣਾ ਰਾਜ ਭਾਗ ਛੱਡਿਆ, ਰਾਜੇ ਦਾ ਪੁੱਤਰ ਸੀ ਦਸ਼ਰਥ ਦਾ, ਰਾਜਕੁਮਾਰ, ਬਨਵਾਸ ਹੋਇਆ, ਛੱਡ ਕੇ ਗਿਆ। ਸਾਸਨ ਜੀ ਰੋਣਾ ਪਿਆ। ਗੁਰੂ ਨਾਨਕ ਨੇ ਲਿਖਿਆ, ਰੋਵੈ ਰਾਮ ਨਿਕਾਲਾ ਪਿਆ। ਰੋਇਆ ਰਾਮ ਵੀ ਰੋਇਆ। ਸੀਤਾ ਲਕਸ਼ਮਣ ਵਿਛੜ ਗਿਆ। ਕਹਿੰਦੇ ਉਦੋਂ ਵੀ ਰਾਮ ਰੋਇਆ ਜਦੋਂ ਆਪਣਾ ਰਾਵਣ ਭੇਸ਼ ਬਦਲ ਕੇ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ। ਇਹ ਵੀ ਬੜੀ ਲੰਮੀ ਸਟੋਰੀ ਹੈ। ਰਾਵਣ ਨੂੰ ਮਾੜਾ ਕਹੀ ਜਾਂਦੇ ਨੇ, ਰਾਵਣ ਮਾੜਾ ਇੰਨਾ ਨਹੀਂ ਸੀ, ਰਾਵਣ ਧਰਮੀ ਬੜਾ ਸੀ, ਬਹੁਤ ਬੜਾ ਧਰਮੀ ਸਾਧ ਸੰਗਤ। ਅਤੇ ਧੀਆਂ ਭੈਣਾਂ ਦੀ ਇੱਜ਼ਤ ਦੇ ਸੰਬੰਧ ਵਿੱਚ ਇੰਨਾ ਉਹਦਾ ਜੀਵਨ ਉੱਚਾ ਸੀ, ਭਾਵੇਂ ਉਹਨੂੰ ਬੜਾ ਦੁਰਕਾਰਿਆ ਜਾ ਰਿਹਾ, ਪਰ ਬੜਾ ਧਰਮ ਦਾ ਵੀ ਬੜਾ ਪੱਕਾ ਸੀ। ਸ਼ਿਵ ਜੀ ਦਾ ਪੱਕਾ ਭਗਤ ਸੀ ਉਹ। ਸ਼ਿਵ ਜੀ ਨੂੰ ਖੁਸ਼ੀ ਕਰਕੇ ਉਹਦੀ ਖੁਸ਼ੀ ਲਈ ਸੀ, ਸ਼ਕਤੀਆਂ ਲਈਆਂ ਸੀ, ਉਹਨੂੰ ਐਵੇਂ ਬਦਨਾਮ ਕੀਤਾ। ਉਹ ਤਾਂ ਉਹਦੀ ਭੈਣ ਦਾ ਜਿਹੜਾ ਨੱਕ ਸੀ ਨਾ, ਵੱਢਤਾ ਸੀ ਲਛਮਣ ਨੇ, ਤਾਂ ਕਰਨ। ਅਤੇ ਵੱਢਿਆ ਕਿਉਂ ਸੀ? ਇੱਕ ਮਰਿਆਦਾ ਚੱਲਦੀ ਸੀ ਰਿਸ਼ੀਆਂ ਮੁਨੀਆਂ ਦੇ ਟਾਈਮ 'ਤੇ, ਜਿਹਨੂੰ ਸਵੰਬਰ ਦੀ ਮਰਿਆਦਾ ਕਹਿੰਦੇ ਨੇ। ਸਵੰਬਰ ਵੀ ਲੜਕੀ ਨੇ ਵਰ ਆਪਣਾ ਆਪ ਚੁਣਨਾ। ਉਹਦੇ ਨਤੀਜੇ ਗਲਤ ਨਿਕਲਣ ਲੱਗ ਗਏ, ਸਿੱਟੇ ਗਲਤ ਨਿਕਲਣ ਲੱਗ ਗਏ, ਲੜਕੀਆਂ ਦੁਖੀ ਹੋਣ ਲੱਗ ਗਈਆਂ। ਫਿਰ ਰਿਸ਼ੀ ਮੁਨੀਆਂ ਨੇ ਬੰਦ ਕਰਤੀ ਸੀ। ਰਾਵਣ ਦੀ ਭੈਣ ਨੇ ਆਪਣਾ ਵਰ ਰਾਮਚੰਦਰ ਨੂੰ ਚੁਣਿਆ। ਰਾਮਚੰਦਰ ਕਹਿੰਦਾ ਮੈਂ ਤਾਂ ਸੀਤਾ ਨਾਲ ਵਿਆਹ ਕਰਾ ਲਿਆ, ਮੈਂ ਵਿਆਹ ਨਹੀਂ ਕਰਾ। ਮੇਰਾ ਭਰਾ ਕੁਆਰਾ ਉਹਦੇ ਨਾਲ, ਉਹਨੂੰ ਹਾਰ ਪਾਤਾ। ਉਹਨੇ ਕੱਢ ਕੇ ਕਿਰਪਾਨ ਨੱਕ ਵੱਢਤਾ। ਜਿਹਦੀ ਭੈਣ ਦਾ ਨੱਕ ਵੱਢਦੇ ਉਹ ਘੱਟ ਥੋੜ੍ਹਾ ਗੁਜ਼ਾਰੇ। ਰਾਵਣ ਨੂੰ ਪਤਾ ਲੱਗਾ, ਤਾਂ ਸੀਤਾ ਨੂੰ ਚੁੱਕ ਕੇ ਲੈ ਕੇ ਗਿਆ ਸੀ ਵੀ ਜੇ ਮੇਰੀ ਭੈਣ ਦਾ ਇਹਨਾਂ ਨੇ ਨੱਕ ਵੱਢਿਆ, ਰਹਿਣ ਨੱਕ ਤੁਹਾਡਾ ਮੈਂ ਵੀ ਨਹੀਂ ਦਿੰਦਾ। ਫਿਰ ਬਦਲਾ ਲਿਆ ਸੀ ਰਾਵਣ ਨੇ, ਸੀਤਾ ਚੁੱਕ ਕੇ ਲੈ ਗਏ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਸੀਤਾ ਲਕਸ਼ਮਣ ਵਿਛੜ ਗਿਆ। ਕਹਿੰਦੇ ਜਦੋਂ ਲੈ ਗਿਆ ਸੀਤਾ ਨੂੰ, ਫਿਰ ਰਾਮਚੰਦਰ ਜੀ ਜਪ ਪਾ ਕੇ ਦਰਖਤਾਂ ਨੂੰ ਰੋਂਦੇ ਸੀ। ਮੇਰੀ ਸੀਤਾ ਤਾਂ ਨਹੀਂ ਵੇਖੀ ਤੁਸੀਂ? ਇਹ ਗੁਰੂ ਨਾਨਕ ਦੇ ਵਾਕ ਨੇ। ਰੋਵੇ ਰਾਮ ਨਿਕਾਲ, ਮੌਕੇ ਦਾ ਅਵਤਾਰ ਰਾਮਚੰਦਰ ਵੀ ਰੋਇਆ। ਮਾਰ ਕਹਿੰਦੇ ਸ਼ਾਹੂਕਾਰ ਭਾਈ ਤੂੰ ਕਿਉਂ ਰੋਣਾ? ਵੇਖ ਏਡੇ ਏਡੇ ਮਾਲਕ ਦੁਨੀਆ 'ਤੇ ਆਏ, ਉਹ ਵੀ ਰੋਂਦੇ ਸੀ ਦੁਨੀਆ 'ਤੇ ਆ। ਅੱਗੇ ਕਹਿੰਦੇ ਰੋਵੇ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਹੈ। ਜਿਹਨੇ ਸੋਨੇ ਦੀ ਲੰਕਾ ਸੀ ਸਾਰੀ, ਅਤੇ ਸੱਸ ਜਿਹਨੇ ਪਾਵੇ ਨਾਲ ਕਾਲ ਬੰਨਿਆ ਸੀ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜਾਣਦਾ ਰਾਵਣ ਨੂੰ, ਸੋਨੇ ਦੀ ਲੰਕਾ ਨੂੰ? ਮਹਾਰਾਜ ਕਹਿੰਦੇ ਉਹ ਵੀ ਰੋਇਆ ਸੀ। ਰੋਵੇ ਦਹਿ ਸਿਰ ਲੰਕ ਗਵਾਏ, ਜਦੋਂ ਸਾਰੀ ਲੰਕਾ ਸੋਨੇ ਦੀ ਸਾਧ ਜੀ ਖਾਕ ਬਣ ਕੇ ਉੱਡ ਗਈ ਸੀ। ਖਾਕ ਮਿਲੀ ਨਹੀਂ, ਲੰਕਾ ਨਹੀਂ ਮਿਲੀ। ਉਸ ਤੋਂ ਬਾਅਦ ਰੋਲੇ ਬਣ ਕੇ ਕਾਹਦਾ ਮਾਣ ਕਰਦਾ, ਇਹ ਤਾਂ ਖਾਕ ਦੀ ਢੇਰੀ। ਇਸ ਕਰਕੇ ਉਹ ਵੀ ਰੋਇਆ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਵੇਖ ਕਿੱਡਾ ਵੱਡਾ, ਉਹ ਵੀ ਰੋਇਆ ਨਾ। ਰੋਵੇ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ। ਉਹ ਜਿਹੜਾ ਆਪਣਾ ਡੋਰੂ ਜਿਹਾ ਵਜਾ ਕੇ ਸੀਤਾ ਨੂੰ ਲਿਆਂਦਾ ਸੀ। ਤੂੰ ਕਿਉਂ ਰੋਂਦਾ? ਅੱਗੇ ਫਿਰ ਮਹਾਰਾਜ ਕਹਿੰਦੇ ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਮਹਾਰਾਜ ਕਹਿੰਦੇ ਚੱਕਰਵਰਤੀ ਰਾਜ ਕਰਨ ਵਾਲੇ ਪਾਂਡਵ ਕਿੱਡੇ ਕਿੱਡੇ ਸੀ? ਅਰਜਨ, ਭੀਮਸੈਨ, ਨਕੁਲ, ਸਹਿਦੇਵ, ਯੁਧਿਸ਼ਟਰ, ਏਡੇ ਏਡੇ ਬਲੀ। ਸਾਧ ਜੀ ਉਹਨਾਂ ਨੂੰ ਵੀ ਰੋਣਾ ਪਿਆ। ਆਹ ਜਿਹੜੇ ਭੀਮ ਨੇ ਕੁਰਸ਼ੇਤਰ ਯੁੱਧ ਕੀਤਾ, ਹਾਥੀ ਚੁੱਕ ਚੁੱਕ ਕੇ ਮਾਰੇ ਨੇ, ਏਡਾ ਬਲੀ ਸੀ। ਜਿਹੜਾ ਸਰੋਵਰ ਵੇਖਿਆ ਨਾ ਬ੍ਰਹਮ ਸਰੋਵਰ, ਇਹ 2.5 ਟੱਪੇ ਨੇ ਭੀਮ ਦੇ। ਕਿੱਡਾ ਵੱਡਾ ਬਲੀ ਹੋਏਗਾ, ਕਈ ਦੇ 2.5 ਟੱਪੇ। ਅਤੇ ਕਿੱਡਾ ਵੱਡਾ ਤੁਸੀਂ ਕਿ ਦਰਸ਼ਨ ਕੀਤੇ ਹੀ ਨੇ ਕੁਰਸ਼ੇਤਰ ਆਪਣੇ ਦੇ ਨੇੜੇ। ਅਤੇ ਏਡੇ ਏਡੇ ਬਲੀ ਸੀ, ਉਹ ਵੀ ਰੋਏ। ਕਿਵੇਂ ਰੋਏ? ਸਾਧ ਸੰਗਤ ਜੀ ਜਦੋਂ ਇਹਨਾਂ ਨੂੰ ਆਪਣਾ ਬਨਵਾਸ ਹੋਇਆ 12 ਸਾਲਾਂ ਦਾ,
ਤੇ 13ਵਾਂ ਗਿਆਤਵਾਸ ਸੀ। ਰਾਜੇ ਸਮਰਾਟ ਦੇ ਮਨਜ਼ੂਰ ਬਣੇ ਨੌਕਰ, ਇਹ ਪੰਜੇ ਜਿਨ੍ਹਾਂ ਦੇ ਜਿਹੜੇ ਰਾਜ ਕਰਦੇ ਸੀ ਦੁਨੀਆ 'ਤੇ ਉਹਨਾਂ ਦੀ ਬਾਬਤ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਨੇ ਇਹ ਜਿਹੜਾ ਗਿਆਤਵਾਸ ਦਾ ਮਤਲਬ ਸੀ ਪਤਾ ਨਾ ਲੱਗੇ ਵੀ ਕਿੱਥੇ ਰਹਿ ਰਹੇ ਨੇ। 12 ਸਾਲ ਬਨਵਾਸ, 13ਵਾਂ ਗਿਆਤਵਾਸ। ਗਿਆਤਵਾਸ ਦਾ ਮਤਲਬ ਪਤਾ ਨਾ ਲੱਗੇ ਕਿੱਥੇ ਰਹਿ ਰਹੇ ਸੀ। ਇਸ ਕਰਕੇ ਉਹ ਫਿਰ ਲੁੱਕ ਕੇ ਰਹਿੰਦੇ ਸੀ ਤੇ ਰਾਜੇ ਦੇ ਨੌਕਰ ਬਣੇ ਸੀ। ਕੋਈ ਰਾਜੇ ਦੀਆਂ ਆਪਣੀ ਰਾਣੀਆਂ ਨੂੰ ਸ਼ਿੰਗਾਰਦਾ, ਨਕੁਲ ਵਰਗੇ, ਅਰਜਨ ਵਰਗੇ, ਕਿਤੇ ਹੋਰ ਸਿਖਾ ਰਹੇ ਨੇ, ਕਿਤੇ ਕੁਝ ਸਿਖਾ ਰਹੇ ਨੇ। ਕੋਈ ਭਾਂਡੇ ਮਾਂਜ ਰਿਹਾ, ਜਦੋਂ ਭਾਂਡੇ ਮਾਂਜਦੇ ਸੀ ਤੇ ਕੋਈ ਕੰਮ ਕਰਦੇ ਨੌਕਰੀ ਚਾਕਰੀ, ਤੇ ਜਦੋਂ ਇਕੱਠੇ ਹੁੰਦੇ ਸੀ ਨਾ ਪੰਜੇ ਪਾਂਡਵ, ਭੁੱਬਾ ਮਾਰ ਮਾਰ ਕੇ ਰੋਂਦੇ ਸੀ ਵੀ ਅਸੀਂ ਸੀ ਦੁਨੀਆ 'ਤੇ ਰਾਜ ਕਰਨ ਵਾਲੇ, ਸਾਰੇ ਪਾਸੇ ਰਾਜ ਕਰਨ। ਪੰਜੇ ਪਾਂਡਵ, ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਲਿਖਿਆ, ਰੋਵੇ ਪਾਂਡਵ ਭਏ ਮਨਜ਼ੂਰ, ਮਨਜ਼ੂਰ ਹੋ ਗਏ, ਨੌਕਰ ਬਣ ਕੇ ਰੋਂਦੇ ਸੀ। ਜਿਨ ਕੇ ਸਵਾਮੀ ਰਹਿਤ ਹੈ ਦੂਰ, ਜਿਨ੍ਹਾਂ ਦਾ ਮਾਲਕ ਸਿਰ 'ਤੇ ਸੀ ਹਰ ਵਕਤ, ਕ੍ਰਿਸ਼ਨ ਭਗਵਾਨ, ਉਹ ਵੀ ਨੌਕਰ ਬਣ ਕੇ ਰੋਏ। ਰੋਵੇ ਪਾਂਡਵ ਭਏ ਮਨਜ਼ੂਰ, ਜਿਨ ਕੇ ਸਵਾਮੀ ਰਹਿਤ ਹੈ ਦੂਰ। ਮਹਾਰਾਜ ਕਹਿੰਦੇ ਸ਼ਾਹੂਕਾਰ ਜੀ ਤੂੰ ਕਿਉਂ ਰੋਣਾ? ਤੇ ਅੱਗੇ ਕਹਿੰਦੇ ਨੇ ਸੱਚੇ ਪਾਤਸ਼ਾਹ, ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ। ਜਨਮੇਜਾ ਜਿਹੜਾ ਅਰਜਨ ਦਾ ਪੁੱਤਰ ਸੀ ਨਾ, ਅਭਿਮਨੂ, ਅਭਿਮਨੂ ਦਾ ਪੁੱਤਰ ਸੀ ਜਨਮੇਜਾ, ਜਨਮੇਜੇ ਦਾ ਪੁੱਤਰ ਸੀ ਪ੍ਰੀਸ਼ਤ। ਇਤਿਹਾਸ ਪੜ੍ਹ ਸਕਦਾ ਕੋਈ ਵੀ। ਇਸ ਕਰਕੇ ਇਹ ਜਨਮੇਜੇ ਨੇ ਨਾ ਵੇਦ ਵਿਆਸ ਜੀ ਦੇ ਕੋਲੋਂ ਜਦੋਂ ਕਥਾ ਸੁਣੀ ਮੱਧ ਭਾਗਵਤ, ਤੇ ਪ੍ਰਸੰਗ ਸੁਣਿਆ ਕੁਰੂਕਸ਼ੇਤਰ ਦੇ ਯੁੱਧ ਦਾ, ਤੇ ਕਹਿਣ ਲੱਗੇ ਐਵੇਂ ਹੋ ਸਕਦਾ ਕੋਈ? ਕ੍ਰਿਸ਼ਨ ਭਗਵਾਨ ਜੀ ਨਾਲ ਸੀ, ਸੰਧੀ ਕਰਾ ਦਿੰਦੇ, ਇਹ ਇੰਨਾ ਕਤਲੇਆਮ ਹੀ ਨਾ ਹੁੰਦਾ। ਉਹ ਕਹਿੰਦਾ ਜੋ ਰੱਬ ਨੇ ਕਰਨਾ ਹੁੰਦਾ ਨਾ ਉਹ ਹੋ ਕੇ ਰਹਿੰਦਾ ਹੁੰਦਾ, ਕਿਸੇ ਦੇ ਹੱਥ ਕੁਛ ਨਹੀਂ ਹੈ। ਜਦੋਂ ਫਿਰ ਬਦਲਦਾ ਨਾ ਸਮਾਂ, ਵੱਡੇ ਵੱਡੇ ਹੀ ਫਿਰ ਬਦਲ ਜਾਂਦੇ ਨੇ। ਇਹ ਕਿਸੇ ਦਾ ਹੱਥ ਕੁਛ ਨਹੀਂ ਹੈ, ਉਹ ਜਿਵੇਂ ਚਾਹੇ ਉਵੇਂ ਕਰਾ ਲੈਂਦਾ। ਕਹਿੰਦਾ ਐਵੇਂ ਕਿਉਂ ਹੋ ਸਕਦਾ ਕੋਈ? ਕਹਿਣ ਲੱਗੇ ਹੋ ਜਾਂਦਾ। ਜਿਹੜਾ ਕਥਾ ਸੁਣਾ ਰਿਹਾ ਨਾ ਇਹ ਮਹਾਂਭਾਰਤ ਦੇ ਯੋਧੀ, ਉਹ ਰੇਖੀ ਕਹਿੰਦਾ ਹੈ ਮੈਂ ਤੈਨੂੰ ਦੱਸ ਦੇਣਾ, ਵੇਦ ਵਿਆਸ ਜੀ ਕਹਿੰਦੇ ਮੈਂ ਤੈਨੂੰ ਦੱਸ ਦੇਣਾ ਕਿ ਤੇਰੇ ਨਾਲ ਕੀ ਹੋਣਾ ਹੈ। ਤੂੰ ਸਾਰੇ ਪਾਸੇ ਫਤਿਹ ਪਾ ਲੈਣੀ ਹੈ, ਬੜਾ ਵੱਡਾ ਤੇਰਾ ਰਾਜ ਹੋ ਜਾਣਾ ਹੈ। ਫਿਰ ਉਸ ਤੋਂ ਬਾਅਦ ਜਦੋਂ ਤੂੰ ਰਾਜ ਹੋ ਜਾਣਾ, ਆਪਣੇ ਘਰ ਤੂੰ ਉਹਨਾਂ ਨੂੰ ਬ੍ਰਾਹਮਣਾਂ ਨੂੰ ਸੱਦੇਗਾ, ਬ੍ਰਹਮ ਭੋਜ ਕਰੇਗਾ। ਉਹ ਤੇਰੀਆਂ ਰਾਣੀਆਂ ਬਦਲ ਬਦਲ ਕੇ ਆਉਣਗੀਆਂ ਛਕਾਉਣ ਵਾਸਤੇ, ਅਤੇ ਪਾਂਡਵ ਜਿਹੜੇ ਪੰਡਤ ਨੇ ਪਾਂਡੇ ਹੱਸਣਗੇ ਅਤੇ ਉਹਨਾਂ ਨੂੰ ਸ਼ਰਾਪ ਦੇ ਦੇਗਾ, ਸਾੜ ਦੇਗਾ। ਇਸ ਤਰ੍ਹਾਂ ਹੀ ਹੋਇਆ। ਜਦੋਂ ਉਹਨੇ ਕੀਤਾ, ਸਾਰੇ ਪਾਸੇ ਜਿੱਤ ਪ੍ਰਾਪਤ ਕਰ ਲਈ, ਬ੍ਰਹਮ ਭੋਜ ਕੀਤਾ, ਬ੍ਰਾਹਮਣ ਹੱਸੇ। ਇੰਨਾ ਗੁੱਸਾ ਹੈ, ਮੇਰੀ ਰਾਣੀ ਤਾਂ ਹੱਸਦੇ ਨੇ। ਉਹਨੇ ਤੇਲ ਪਾ ਕੇ ਬ੍ਰਾਹਮਣਾਂ ਨੂੰ ਜਿਉਂਦਿਆਂ ਨੂੰ ਸਾੜਤਾ। ਹੁਣ ਬ੍ਰਾਹਮਣ ਦੀ ਹੱਤਿਆ ਦਾ ਪਾਪ ਬੜਾ ਵੱਡਾ ਲੱਗਦਾ। ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੰਨਾ ਰਾਜ ਭਾਗ ਹੋਣ ਦੇ ਬਾਵਜੂਦ ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਬਣ ਗਿਆ। ਧਰਮਾਤਮਾ ਤੇ ਏਡਾ ਵੱਡਾ ਰਾਜਾ, ਤੇ ਅੱਗੇ ਲਾਸਟ ਕਹਿੰਦੇ ਨੇ ਮਹਾਰਾਜ, ਰੋਵੇ ਸੇਖ ਮਸਾਇਕ ਪੀਰ। ਵੱਡੇ ਵੱਡੇ ਪੀਰ ਜਿਹੜੇ ਸੀ ਨਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲੇ ਉਹ ਵੀ ਰੋਂਦੇ ਸੀ। ਸਾਧ ਸੰਗਤ ਜੀ ਆਪਣੀਆਂ ਸ਼ਕਤੀਆਂ ਜਦੋਂ ਦਿਖਾਈਆਂ, ਮਹਾਰਾਜ ਨੇ ਖਿੱਚ ਲਈਆਂ, ਫਿਰ ਰੋਂਦੇ ਸੀ। ਤੇ ਅੱਗੇ ਅੰਤ ਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ। ਜਿਹੜੇ ਰਾਜੇ ਸੀ ਨਾ ਇਹਨਾਂ ਨੇ ਵੀ ਕੰਨ ਪੜਾਏ, ਉਹ ਵੀ ਰੋਏ। ਮਹਾਰਾਜ ਸਮਝਾ ਰਹੇ ਨੇ ਉਹਨੂੰ, ਸ਼ਾਹੂਕਾਰ ਨੂੰ। ਸਾਧ ਸੰਗਤ ਜੀ ਜਿਵੇਂ ਆ ਜਿਹੜੇ ਭਰਥਰੀ ਨਾਥ ਵਰਗੇ ਹੋਏ ਨੇ ਨਾ, ਇਹ ਪਹਿਲੇ ਰਾਜੇ ਸੀ, ਬਾਅਦ 'ਚੋਂ ਨਾਥ ਬਣੇ ਨੇ। ਇਹਨੇ ਕਿਹਾ ਮੈਂ ਯੋਗ ਮਤ ਧਾਰਨ ਕਰਨਾ। ਗੋਰਖਨਾਥ ਜੀ ਨੂੰ ਕਿਹਾ ਜਾ ਕੇ, ਜਦੋਂ ਕਿਹਾ, ਗੋਰਖਨਾਥ ਕਹਿੰਦਾ ਵੀ ਪਹਿਲਾਂ ਪ੍ਰੀਖਿਆ ਦੇਣੀ ਪੈਣੀ, ਫਿਰ ਅਸੀਂ ਤੈਨੂੰ ਯੋਗ ਮਤ ਵਿੱਚ ਲਿਆਵਾਂਗੇ, ਯੋਗ ਸਾਧਨਾ ਦੇਵਾਂਗੇ, ਜੋਗੀ ਵੇਸ਼ ਦੇਵਾਂਗੇ, ਪਹਿਰਾਵਾ। ਕਹਿੰਦੇ ਕਿ ਆਪਣੇ ਘਰ ਜਾ ਕੇ ਆਪਣੀ ਘਰ ਵਾਲੀ ਰਾਣੀਆਂ ਨੂੰ ਮਾਂ ਕਹਿ ਕੇ ਭਿਕਸ਼ਾ ਲੈਣੀ, ਮਾਂ ਕਹਿ ਕੇ, ਫਿਰ ਅਸੀਂ ਤੈਨੂੰ ਦੇ ਦਾਂਗੇ। ਭਰਥਰੀਨਾਥ ਸਾਧ ਸੰਗਤ ਜਦੋਂ ਘਰ ਗਿਆ ਅਲਖ ਜਗਾਈ ਜਾ ਕੇ, ਪ੍ਰੀਖਿਆ ਵੀ ਸੀ ਉੱਧਰ ਗੋਰਖਨਾਥ ਦੀ।
ਅਲਖ ਜਗਾਈ, ਆਵਾਜ਼ ਤਾਂ ਹੁਣ ਪਤਾ ਹੀ ਹੁੰਦਾ, ਹੁਣ ਘਰ ਵਾਲੀ ਨੂੰ ਆਪਣੇ ਘਰ ਵਾਲੀ ਦੀ ਆਵਾਜ਼ ਦੀ ਪਛਾਣ ਹੁੰਦੀ। ਆ ਗਈਆਂ ਰਾਣੀਆਂ। ਜਦੋਂ ਰਾਣੀਆਂ ਆਈਆਂ, ਕਹਿੰਦਾ ਮਾਂ ਭਿਕਸ਼ਾ ਪਾ ਦੇ। ਸਾਧ ਸੰਗਤ ਜਦੋਂ ਮਾਂ ਕਿਹਾ, ਰਾਣੀਆਂ ਵੀ ਰੋਂਦੀਆਂ ਤੇ ਉਹ ਵੀ ਰੋਂਦਾ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਬਾਣੀ 'ਚ ਲਿਖਦੇ ਨੇ ਇਸ ਸ਼ਬਦ ਦੇ ਵਿੱਚ, ਕਹਿੰਦੇ ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿੱਖਿਆ ਜਾਏ। ਘਰ ਘਰ ਜਾ ਕੇ ਭਿੱਖਿਆ ਮੰਗਣੀ ਪਈ। ਤਾਂ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਗੋਰਖਨਾਥ ਨੂੰ ਮਿਲੇ ਤੇ ਭਰਥਰੀਨਾਥ ਨੂੰ ਧੰਨ ਕਿਹਾ ਸੀ ਵੀ ਤੂੰ ਰਾਜ ਭਾਗ ਛੱਡ ਕੇ ਇਸ ਪਾਸੇ ਲੱਗਾ ਹੈ, ਤੂੰ ਧੰਨ ਹੈ। ਗੋਪੀਨਾਥ ਤੂੰ ਧੰਨ ਹੈ, ਚਰਪਟਨਾਥ ਤੂੰ ਧੰਨ ਹੈ। ਭਰਥਰੀਨਾਥ ਉਹਨਾਂ ਦੀ ਬਾਬਤ ਲਿਖਿਆ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿੱਖਿਆ ਜਾਏ। ਤੇ ਅੱਗੇ ਕਹਿੰਦੇ ਨੇ ਰੋਵੈ ਕਿਰਪਨ ਸੰਚੈ ਧਨ ਜਾਵੈ, ਪੰਡਤ ਰੋਵੈ ਗਿਆਨ ਗਵਾਏ। ਜਿਹੜੇ ਪੰਡਤ ਵਿਦਵਾਨ ਸੀ ਆਪਣਾ ਗਿਆਨ ਗਵਾ ਲਿਆ ਉਹ ਰੋਏ। ਬਾਲੀ ਰੋਵੈ ਨਾਏ ਪਤਾਰ, ਬਾਲੀ ਵਰਗੇ। ਇਸ ਕਰਕੇ ਬਾਲੀ ਇੱਕ ਕੁੜੀ ਦਾ ਵੀ ਨਾਂ ਕਈ ਦੱਸਦੇ ਨੇ, ਐਵੇਂ ਦੀ ਵੀ ਪੁਰਾਣਕ ਕਥਾ, ਉਹਦੀ ਬਾਬਤ ਵੀ ਲਿਖਿਆ, ਉਹ ਵੀ ਰੋਂਦੇ ਗਏ। ਪਰ ਬਾਲੀ ਇੱਕ ਬਲੀ ਵੀ ਬੜਾ ਹੋਇਆ, ਸੁਧੀਰ ਬਾਲੀ। ਇਸ ਕਰਕੇ ਜਦੋਂ ਗਵਾਲੀ ਆਪਣੀ ਤਾਕ ਸ਼ਕਤੀ, ਉਹ ਵੀ ਰੋਏ। ਅੱਗੇ ਮਾਰ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਨ ਜਾਏ, ਔਰ ਹੀ ਕਰਮ ਨਾ ਲੇਖੈ ਲਾਏ। ਇਹ ਸ਼ਬਦ ਮਹਾਰਾਜ ਨੇ ਪੂਰਾ ਪੜ੍ਹਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਾਹੂਕਾਰ ਨੂੰ ਸੁਖੀ ਕਰ ਦਿੱਤਾ। ਕਹਿੰਦੇ ਤੂੰ ਕਾਹਦਾ ਦੁਖੀ ਹੈ, ਇੱਥੇ ਤਾਂ ਵੇਖ ਵੱਡੇ ਵੱਡੇ ਚੱਕਰਵਰਤੀ ਰਾਜੇ ਵੀ ਦੁਖੀ ਹੁੰਦੇ ਨੇ। ਇਹ ਤਾਂ ਮਹਾਰਾਜ ਨੇ ਸ਼ਬਦ ਪੜ੍ਹਿਆ, ਭਾਈ ਮਰਦਾਨੇ ਦਾ ਵੀ ਸ਼ੰਕਾ ਨਿਵਰਤ ਹੋ ਗਿਆ, ਸ਼ਾਹੂਕਾਰ ਨੂੰ ਵੀ ਸੁਖੀ ਕੀ। ਅਤੇ ਜੇ ਆਪਣੇ ਕੋਲ ਕਿਸੇ ਕੋਲ ਦੁੱਖ ਹੈ, ਦੁੱਖ ਵਿੱਚ ਦਿਨ ਕੱਟ ਰਿਹਾ, ਅਤੇ ਜੇ ਕਿਤੇ ਕਥਾ ਸੁਣੇ ਅਤੇ ਸਾਧ ਸੰਗਤ ਜੀ ਵਿਚਾਰ ਸੁਣੇ, ਉਹਦੇ ਮਨ ਨੂੰ ਵੀ ਸਕੂਨ ਮਿਲਦਾ ਵੀ ਮੈਂ ਕਿੱਡਾ ਕੁ ਦੁਖੀ, ਮੈਂ ਤਾਂ ਕੁਛ ਵੀ ਨਹੀਂ ਦੁਖੀ। ਏਡੇ ਏਡੇ ਦੁਖੀ ਦੁਨੀਆ 'ਤੇ ਹੋਏ, ਨਾਲੇ ਮਾਲਕ ਸਭ ਕਾਸ਼ੇ ਦੇ, ਰਾਜ ਭਾਗ ਦੇ ਮਾਲਕ ਉਹ ਵੀ ਦੁਖੀ ਸੀ। ਇਸ ਕਰਕੇ ਵਾਹਿਗੁਰੂ ਦਾ ਰੋਜ਼ ਸ਼ੁਕਰਾਨਾ ਕਰੋ, ਬਾਣੀ ਨਾਲ ਸਿਮਰਨ ਨਾਲ ਜੁੜੋ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਾ ਪ੍ਰੇਮ ਅਤੇ ਸ਼ਰਧਾ ਦਾ ਸਬੂਤ ਦਿੱਤਾ ਹੈ, ਗੁਰੂ ਕੀ ਕਥਾ ਸਰਵਣ ਕੀਤੀ ਹੈ। ਕਿਉਂਕਿ ਜਦ ਤੱਕ ਬੰਦਾ ਸਾਰੀ ਵਿਚਾਰ ਨਾ ਸੁਣੇ, ਹੁਣ ਜਦੋਂ ਕਿਤੇ ਖੰਡ ਪਾਠ ਹੋਏਗਾ, ਸ਼ਬਦ ਆਏਗਾ, ਤੁਹਾਨੂੰ ਪਤਾ ਲੱਗ ਜਾਏਗਾ ਵੀ ਮਹਾਰਾਜ ਇਹ ਤਾਂ ਅਰਥ ਸੁਣੇ ਨੇ ਆਪਾਂ। ਸੰਸਰ ਦਾਨ ਦੇ ਅੰਦਰ ਆਇਆ ਪਰਸਰਾਮ ਰੋਵੇ, ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ, ਉੱਥੇ ਭਲਾ ਕੀਤਾ ਸੀ। ਅੱਖਾਂ ਦੇ ਸਾਹਮਣੇ ਸਾਰੀ ਵਿਚਾਰ ਆ ਜਾਂਦੀ ਜਦੋਂ ਕਿਤੇ ਸ਼ਬਦ ਕਿਤੇ ਸੁਣਦੇ ਹੋਈਏ, ਜਾਂ ਕੀਰਤਨ 'ਚ ਸੁਣਦੇ ਹੋਈਏ, ਵੈਸੇ ਸੁਣਦੇ ਹੋਈ ਸਾਰੀ ਵਿਚਾਰ ਸਾਹਮਣੇ ਆ ਜਾਂਦੀ। ਇਸ ਕਰਕੇ ਜਦ ਤੱਕ ਅਰਥਾਂ ਦਾ ਪਤਾ ਨਹੀਂ, ਵਿਚਾਰ ਦਾ ਪਤਾ ਨਹੀਂ, ਅਤੇ ਆਪਾਂ ਨੂੰ ਗਿਆਤ ਕੀ ਹੋਏਗੀ। ਅਤੇ ਉਹ ਚੀਜ਼ ਲੈਣ ਵਾਸਤੇ ਬਹਿਣਾ ਪੈਂਦਾ। ਹੁਣ ਬਹਿਣ ਵਾਲਾ ਸਮਾਂ ਕਿਸੇ ਕਿਸੇ ਕੋਲ ਹੀ ਹੈ, ਅਤੇ ਫਿਰ ਕਹਿੰਦੇ ਸਾਨੂੰ ਇਤਿਹਾਸ ਬਾਰੇ ਨਹੀਂ ਪਤਾ, ਬਾਣੀ ਬਾਰੇ ਨਹੀਂ ਪਤਾ। ਹੁਣ ਵਿਦਵਾਨਾਂ ਦੀ ਕਮੀ ਥੋੜ੍ਹਾ, ਕਥਾਵਾਚਕਾਂ ਦੀ ਕਮੀ ਨਹੀਂ ਹੈ, ਬਸ ਸੁਣਨਾ